सारंग की वार महला चौथा। राय महमे हंसने की धुन। राय महमे हंसने की धुन बारे थोड़ी जी विचार मैं आप नाल साझी कर दिया। ਮਹਿਮਾ ਤੇ ਹਸਨਾ ਦੋ ਰਾਜਪੂਤ ਸਰਦਾਰ ਸਨ। ਮਹਿਮਾ ਕਾਂਗੜੇ ਦਾ ਰਹਿਣ ਵਾਲਾ ਤੇ ਹਸਨਾ ਧੌਲੇ ਦਾ। ਹਸਨੇ ਨੇ ਚਲਾਕੀ ਨਾਲ ਮਹਿਮੇ ਨੂੰ ਅਕਬਰ ਦੇ ਕੋਲ ਕੈਦ ਕਰਾ ਦਿੱਤਾ, ਪਰ ਮਹਿਮੇ ਨੇ ਆਪਣੀ ਬਹਾਦਰੀ ਦੇ ਕਾਰਨਾਮੇ ਦਿਖਾ ਕੇ ਬਾਦਸ਼ਾਹ ਨੂੰ ਖੁਸ਼ ਕਰ ਲਿਆ ਤੇ ਸ਼ਾਹੀ ਫੌਜ ਲੈ ਕੇ ਹਸਨੇ ਤੇ ਆ ਛੜਿਆ। ਚੋਖਾ ਚਿਰ ਦੋਹੀਂ ਧਿਰਾਂ ਲੜਾਈ ਹੋਈ। ਆਖਰ ਮਹਿਮੇ ਦੀ ਜਿੱਤ ਹੋਈ। ਢਾਡੀਆਂ ਨੇ ਇਸ ਜੰਗ ਦੀ ਵਾਰ ਲਿਖੀ। ਇਸੇ ਵਾਰ ਦੀ ਸੁਰ ਤੇ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਰਚੀ ਹੋਈ ਸਾਰੰਗ ਦੀ ਵਾਰ ਦੇ ਗਾਉਣ ਦੀ ਹਿਦਾਇਤ ਗੁਰੂ ਅਰਜਨ ਪਾਤਸ਼ਾਹ ਜੀ ਨੇ ਕੀਤੀ ਹੈ। ਜਿਹੜੀ ਉਹਨਾਂ ਨੇ ਵਾਰ ਰਚੀ ਸੀ ਢਾਡੀਆਂ ਨੇ, ਉਹਦੇ ਵਿੱਚੋਂ ਨਮੂਨੇ ਵਾਸਤੇ ਇੱਕ ਦੋ ਚਾਰ ਲਾਈਨਾਂ ਨੇ। ਮਹਿਮਾ ਹਸਨਾ ਰਾਜਪੂਤ ਰਾਏ ਭਾਰੇ ਭੱਟੀ, ਹਸਨੇ ਬੇਈਮਾਨਗੀ ਨਾਲ ਮਹਿਮੇ ਥੱਟੀ, ਭੇਡ ਦੁਹਾਂ ਦਾ ਮੱਚਿਆ ਸਰਵੱਗੇ ਸਫੱਟੀ, ਮਹਿਮੇ ਪਾਈ ਫਤਿਹ ਰਣ ਗੱਲ ਹਸਨੇ ਘੱਟੀ, ਬਨ ਹਸਨੇ ਨੂੰ ਛੱਡਿਆ ਜਸ ਮਹਿਮੇ ਖੱਟੀ। ਇਸ ਵਾਰ ਦੀ ਧੁਨ ਦੇ ਉੱਤੇ ਇਸ ਵਾਰ ਨੂੰ ਗਾਉਣ ਦਾ ਹਿਦਾਇਤ ਗੁਰੂ ਸਾਹਿਬ ਜੀ ਨੇ ਕੀਤੀ ਹੈ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਇੱਕ ਓੰਕਾਰ ਤੋਂ ਭਾਵ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਕਰਕੇ ਸੰਸਾਰ ਦੀ ਉਤਪत्ति ਲੈਤਾ ਪਾਲਣਾ ਔਰ ਸੰਚਾਲਨ ਹੋ ਰਿਹਾ ਹੈ। ਅਸਾਰਾ ਦਿਸਤਾ ਜਗਤ ਜਿਸ ਦਾ ਰੂਪ ਹੈ, ਜੋ ਸਤ ਹੈ, ਸदैव ਹੈ, ਅਬਿਨਾਸ਼ੀ ਹੈ। ਐਸੇ ਪ੍ਰਭੂ ਦੀ ਹੁਕਮ ਰਜ਼ਾ ਭਾਣੇ ਔਰ ਹੋਂਦ ਦੇ ਨਾਲ ਜੋ ਸੰਬੰਧ ਹੈ ਉਹ ਗੁਰ ਪ੍ਰਸਾਦ ਰਾਹੀਂ ਬਣਦਾ ਹੈ। ਗੁਰੂ ਦੀ ਕਿਰਪਾ ਮਤਲਬ ਕਿ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਸਰਬ ਵਿਆਪਕ ਪ੍ਰਭੂ ਨੂੰ ਸਮਝਿਆ ਜਾ ਸਕਦਾ ਹੈ, ਉਹਦੇ ਵਿੱਚ ਮਿਲਿਆ ਜਾ ਸਕਦਾ ਹੈ, ਪ੍ਰਭੂ ਦੀ ਹੁਕਮ ਰਜ਼ਾ ਨੂੰ ਸਮਝਿਆ ਜਾ ਸਕਦਾ ਹੈ। ਸ਼ਲੋਕ ਮਹਿਲਾ ਦੂਜਾ। ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ। ਪਾਹੂ ਦਾ ਮਤਲਬ ਮਾਇਆ ਦੀ ਪਾ, ਜਿਵੇਂ ਕਿਸੇ ਕੱਪੜੇ ਨੂੰ ਰੰਗਣ ਵਾਸਤੇ ਪਾ ਚਾੜੀ ਦੀ ਹੈ। ਨਿਵਲ ਦਾ ਮਤਲਬ ਹੁੰਦਾ ਹੈ ਜੰਦਰਾ। ਤੁਸੀਂ ਦੇਖਿਆ ਹੋਵੇਗਾ ਕਈ ਵਾਰ ਨਾ ਘੋੜਿਆਂ ਦੇ ਪੈਰਾਂ ਨੂੰ ਜੰਦਰਾ ਮਾਰਿਆ ਹੁੰਦਾ ਸੀ ਜਾਂ ਪਸ਼ੂਆਂ ਦੇ ਪੈਰਾਂ ਨੂੰ ਜੰਦਰਾ ਮਾਰ ਦਿੰਦੇ ਸਨ, ਉਹਨੂੰ ਇੱਥੇ ਕਿਹਾ ਹੈ ਨਿਵਲ। ਕੋਠਾ ਦਾ ਮਤਲਬ ਮਕਾਨ, ਛੱਤ ਦਾ ਮਤਲਬ ਛੱਤ, ਕੁੰਜੀ ਦਾ ਮਤਲਬ ਕੁੰਜੀ। ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ। ਮਨੁੱਖ ਦਾ ਮਨ ਮਾਨੋ ਇੱਕ ਕੋਠਾ ਹੈ ਔਰ ਸਰੀਰ ਇਸ ਕੋਠੇ ਦਾ ਛੱਤ ਹੈ। ਮਾਇਆ ਦੀ ਪਾ ਜਿਹੜੀ ਇਸ ਮਨ ਦੇ ਅੰਦਰ ਸੋਚ ਹੈ, ਇਹ ਕੋਠੇ ਨੂੰ, ਇਸ ਮਨ ਨੂੰ ਵੱਜਿਆ ਹੋਇਆ ਜੰਦਰਾ ਹੈ। ਤੇ ਇਸ ਜੰਦਰੇ ਨੂੰ ਖੋਲਣ ਲਈ, ਯਾਨੀ ਜੋ ਮਾਇਆ ਦਾ ਪਰਦਾ ਹੈ ਸੋਚ ਮਾੜੀ ਦਾ, ਉਹਨੂੰ ਦੂਰ ਕਰਨ ਲਈ ਗੁਰੂ ਕੁੰਜੀ ਹੈ। ਗੁਰੂ ਕੁੰਜੀ ਹੈ ਭਾਵ ਕਿ ਮਨ ਤੋਂ ਜੋ ਮਾਇਆ ਦਾ ਪ੍ਰਭਾਵ ਹੈ, ਇਸ ਨੂੰ ਗੁਰੂ ਦੇ ਗਿਆਨ ਰਾਹੀਂ ਦੂਰ ਕੀਤਾ ਜਾ ਸਕਦਾ ਹੈ। ਮਨ ਦੇ ਅੰਦਰ ਹੀ ਜੋ ਵੀ ਸਾਡੇ ਚੰਗਾ ਔਰ ਮਾੜਾ ਹੈ ਮਨ ਦੇ ਅੰਦਰ ਹੈ, ਔਰ ਸਾਡੇ ਅੰਦਰ ਬਹੁਤ ਕੁਛ ਹੈ, ਸਤ ਸੰਤੋਖ ਆਦਿਕ ਗੁਣ ਨੇ, ਲੇਕਿਨ ਲੋਕ ਅਗਿਆਨਤਾ ਦੇ ਅੰਦਰ ਫਸੇ ਹੋਏ ਨੇ। ਤਾਂ ਗੁਰੂ ਜੀ ਕਹਿੰਦੇ ਨੇ ਜੋ ਇਹ ਅਗਿਆਨਤਾ ਦਾ ਪਰਦਾ ਹੈ, ਮਨ ਦੇ ਉੱਤੇ ਜੋ ਮਾਇਆ ਦਾ ਪਰਦਾ ਹੈ, ਮਾਇਆ ਦਾ ਮਤਲਬ ਉਹ ਸੋਚ, ਜੋ ਸੋਚ ਸਾਨੂੰ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਨਹੀਂ ਕਰਨ ਦਿੰਦੀ, ਉਹ ਸੋਚ ਜਿਸ ਕਰਕੇ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਹੁੰਦੀ ਹੈ, ਤੇ ਉਹ ਸੋਚ ਜਿਹੜੀ ਸੋਚ ਕਰਕੇ ਮੇਰ ਤੇਰ ਦੇ ਵਿਤਕਰੇ ਪੈਦਾ ਹੁੰਦੇ ਨੇ, ਇਹ ਸੋਚ ਨੂੰ ਗੁਰੂ ਦਾ ਗਿਆਨ ਹੀ ਦੂਰ ਕਰ ਸਕਦਾ ਹੈ, ਹੋਰ ਕਿਸੇ ਸਾਧਨ ਦੇ ਨਾਲ ਨਹੀਂ। ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ। ਤਾਕ ਦਾ ਮਤਲਬ ਬੂਹਾ, ਉਗੜੇ ਦਾ ਮਤਲਬ ਖੁੱਲਦਾ ਹੈ, ਅਵਰ ਹੱਥ ਦਾ ਮਤਲਬ ਕਿਸੇ ਹੋਰ ਦੇ ਹੱਥ ਵਿੱਚ। ਗੁਰੂ ਜੀ ਕਹਿੰਦੇ ਨੇ ਇਸ ਗੁਰੂ ਤੋਂ ਬਿਨਾ ਮਨ ਦਾ ਬੂਹਾ ਨਹੀਂ ਖੁੱਲਦਾ। ਗੁਰੂ ਗਿਆਨ ਤੋਂ ਬਿਨਾ ਮਨ ਤੋਂ ਅਗਿਆਨਤਾ ਦਾ ਪਰਦਾ ਦੂਰ ਨਹੀਂ ਹੁੰਦਾ। ਕਿਸੇ ਹੋਰ ਦੇ ਹੱਥ ਵਿੱਚ ਕੁੰਜੀ ਨਹੀਂ ਹੈ। ਕਿਸੇ ਹੋਰ ਸਾਧਨ ਰਾਹੀਂ ਇਹ ਅਗਿਆਨਤਾ ਦਾ ਪਰਦਾ ਦੂਰ ਨਹੀਂ ਹੁੰਦਾ, ਚਾਹੇ ਉਹ ਵਰਤ ਨੇ, ਨਰਾਤੇ ਨੇ, ਸਰਾਧ ਨੇ, ਸਮਾਧੀਆਂ ਨੇ, ਤੀਰਥ ਯਾਤਰਾਵਾਂ ਨੇ, ਜਾਂ ਹੋਰ ਬਹੁਤ ਸਾਰੇ ਕਰਮ ਕਾਂਡ ਨੇ, ਜਾਂ ਬਾਬੇ ਜੋ ਸਾਧਨ ਦੱਸ ਰਹੇ ਨੇ, ਕਿਸੇ ਹੋਰ ਸਾਧਨ ਦੇ ਨਾਲ ਇਹ ਪਰਦਾ ਜਿਹੜਾ ਦੂਰ ਨਹੀਂ ਹੁੰਦਾ, ਅਗਿਆਨਤਾ ਨਹੀਂ ਮਿਟਦੀ।
ਗੁਰੂ ਤੋਂ ਬਿਨਾ, ਗੁਰੂ ਦੇ ਗਿਆਨ ਤੋਂ ਬਿਨਾ ਸੱਚਾ ਗਿਆਨ ਚਾਹੀਦਾ ਹੈ। ਗਿਆਨ ਗੁਰੂ ਦੀ ਅਗਵਾਈ ਵਿੱਚ ਚੱਲ ਕੇ ਅਸੀਂ ਆਪਣੇ ਅੰਦਰੋਂ ਇਸ ਅਗਿਆਨਤਾ ਨੂੰ ਦੂਰ ਕਰ ਸਕਦੇ ਹਾਂ ਔਰ ਆਪਣੇ ਅੰਦਰ ਵਸਦੇ ਪ੍ਰਭੂ ਨੂੰ ਵੇਖ ਸਕਦੇ ਹਾਂ। ਸਾਡੇ ਅੰਦਰ ਜੋ ਮਹਾਨ ਸੰਭਾਵਨਾਵਾਂ ਨੇ ਉਹਨਾਂ ਨੂੰ ਅਸੀਂ ਤੱਕ ਸਕਦੇ ਹਾਂ। ਮਹਿਲਾ ਪਹਿਲਾ, ਨਾ ਭੀਜੈ ਰਾਗੀ ਨਾਦੀ ਭੇਦ। ਭੀਜੈ ਦਾ ਮਤਲਬ ਭਿੱਜਦਾ, ਖੁਸ਼ ਹੁੰਦਾ। ਰਾਗੀ ਦਾ ਮਤਲਬ ਰਾਗ ਪੜਨ ਨਾਲ, ਨਾਦੀ ਦਾ ਮਤਲਬ ਨਾਦ ਵਜਾਉਣ ਨਾਲ, ਵੇਦ ਦਾ ਮਤਲਬ ਵੇਦ ਦੀ ਰਾਹੀਂ ਵੇਦ ਪੜਨ ਦੇ ਨਾਲ। ਗੁਰੂ ਜੀ ਕਹਿੰਦੇ ਨੇ ਰਾਗ ਗਾਣ ਨਾਲ, ਨਾਦ ਵਜਾਉਣ ਨਾਲ ਜਾਂ ਵੇਦ ਆਦਿਕ ਧਰਮ ਪੁਸਤਕ ਪੜਨ ਦੇ ਨਾਲ ਪ੍ਰਭੂ ਖੁਸ਼ ਨਹੀਂ ਹੁੰਦਾ। ਰੱਬ ਦੀ ਪ੍ਰਸੰਨਤਾ ਨਹੀਂ ਮਿਲਦੀ, ਮਨ ਦਾ ਤਾਕ ਨਹੀਂ ਉਗੜਦਾ ਔਰ ਬੰਦਾ ਰੱਬ ਵਰਗਾ ਨਹੀਂ ਹੁੰਦਾ। ਇਹਦੀ ਸੋਚ ਵਿੱਚ ਵਿਸ਼ਾਲਤਾ ਨਹੀਂ ਹੁੰਦੀ। ਯਾਨੀ ਰੱਬ ਦੀ ਖੁਸ਼ੀ ਇਹਨਾਂ ਚੀਜ਼ਾਂ ਨਾਲ ਨਹੀਂ ਪਾਈ ਜਾ ਸਕਦੀ। ਇਹਨਾਂ ਚੀਜ਼ਾਂ ਨਾਲ ਰੱਬ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ। ਰਾਗ ਗਾਣੇ ਨੇ, ਨਾਦ ਵਜਾਣੇ ਨੇ ਜਾਂ ਧਰਮ ਪੁਸਤਕਾਂ ਪੜ੍ਹਨੀਆਂ ਨੇ, ਕੇਵਲ ਪੜ੍ਹਨ ਦੇ ਨਾਲ ਨਹੀਂ, ਕੇਵਲ ਰਾਗਾਂ ਨਾਦਾਂ ਦੇ ਨਾਲ ਨਹੀਂ। ਨਾ ਭੀਜੈ ਸੁਰਤੀ ਗਿਆਨੀ ਜੋਗ। ਸੁਰਤੀ ਦਾ ਮਤਲਬ ਸਮਾਧੀ ਲਾਉਣ ਦੇ ਨਾਲ, ਗਿਆਨੀ ਦਾ ਮਤਲਬ ਗਿਆਨ ਦੀਆਂ ਗੱਲਾਂ ਕਰਨ ਦੇ ਨਾਲ, ਜੋਗ ਦਾ ਮਤਲਬ ਜੋਗ ਸਾਧਨਾ ਦੇ ਨਾਲ। ਸਮਾਧੀ ਲਾਇਆਂ, ਗਿਆਨ ਚਰਚਾ ਕੀਤਿਆਂ ਜਾਂ ਜੋਗ ਦੇ ਸਾਧਨ ਕੀਤਿਆਂ ਵੀ ਨਾ ਭੀਜੇ ਦਾ ਮਤਲਬ ਰੱਬ ਖੁਸ਼ ਨਹੀਂ ਹੁੰਦਾ। ਤੇ ਅਸੀਂ ਆਮ ਕਰਕੇ ਹੁਣ ਦੇਖੋ, ਸਮਾਧੀਆਂ ਵਾਸਤੇ ਤਾਂ ਸਾਨੂੰ ਕਿੰਨੀ ਸਾਰੀ ਪ੍ਰੇਰਨਾ ਦਿੱਤੀ ਜਾਂਦੀ ਹੈ, ਧਿਆਨ ਲਾਉਣ ਦੀ, ਸੁਰਤ ਜੋੜਨ ਦੀ। ਪਰ ਗੁਰੂ ਜੀ ਕਹਿੰਦੇ ਨੇ ਸਮਾਧੀਆਂ ਲਾਉਣ ਨਾਲ ਰੱਬ ਖੁਸ਼ ਨਹੀਂ ਹੁੰਦਾ। ਅਨੇਕਾਂ ਲੋਕ ਨੇ ਜੋ ਸਮਾਧੀਆਂ ਲਾਉਣ ਦਾ ਯਤਨ ਕਰ ਰਹੇ ਨੇ ਔਰ ਜਪਜੀ ਸਾਹਿਬ ਜੀ ਦੀਆਂ ਆਰੰਭਕ ਪੰਕਤੀਆਂ ਦੇ ਅੰਦਰ ਹੀ ਇਹਨਾਂ ਚੀਜ਼ਾਂ ਦਾ ਖੰਡਨ ਕਰ ਦਿੱਤਾ ਹੈ। ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ। ਗਿਆਨ ਚਰਚਾ ਕਰਨ ਦੇ ਨਾਲ ਵੀ ਰੱਬ ਖੁਸ਼ ਨਹੀਂ ਹੁੰਦਾ। ਹੁਣ ਗਿਆਨ ਚਰਚਾ ਕਰੀ ਜਾਓ, ਲੋਕ ਕਰ ਹੀ ਰਹੇ ਨੇ ਗਿਆਨ ਚਰਚਾ। ਇਹ ਗਿਆਨ ਚਰਚਾ ਹੀ ਤੇ ਹੈ ਕਿ ਝੂਠ ਨਹੀਂ ਬੋਲਣਾ ਚਾਹੀਦਾ, ਸੱਚ ਬੋਲਣਾ ਚਾਹੀਦਾ ਹੈ। ਦੁਨੀਆ ਵਿੱਚ ਪਾਪ ਅਪਰਾਧ ਵੱਧ ਰਹੇ ਨੇ, ਕਾਨੂੰਨ ਜਿਹੜਾ ਹੈ ਲਾਗੂ ਨਹੀਂ ਹੋ ਰਿਹਾ। ਇਹ ਗਿਆਨ ਚਰਚਾ ਕਰ ਰਹੇ ਨੇ ਸਾਰੇ, ਪਰ ਇਹ ਗਿਆਨ ਚਰਚਾ ਕਰਨ ਦੇ ਨਾਲ ਸੁਧਾਰ ਨਹੀਂ ਨਾ ਹੋ ਰਿਹਾ, ਕੁਛ ਅਮਲ ਨਹੀਂ ਕੀਤਾ ਜਾ ਰਿਹਾ। ਗੱਲ ਤਾਂ ਅਮਲ ਕਰਨ ਦੀ ਹੈ। ਯੋਗ ਦਾ ਮਤਲਬ ਯੋਗ ਸਾਧਨਾ ਰਾਹੀਂ। ਹੁਣ ਯੋਗਾ ਕਰੀ ਜਾਓ ਤੇ ਯੋਗਾ ਕਰਨ ਨਾਲ ਰੱਬ ਥੋੜਾ ਖੁਸ਼ ਹੋਏਗਾ। ਸਰੀਰਕ ਕਸਰਤ ਵਾਸਤੇ ਠੀਕ ਹੈ, ਲੇਕਿਨ ਯੋਗਾ ਕਰਨ ਨਾਲ ਕਿਸੇ ਦੀ ਸੋਚ ਬਦਲਦਾ ਹੈ, ਕਿਸੇ ਦੇ ਅੰਦਰ ਇਨਸਾਨੀਅਤ ਪੈਦਾ ਹੋ ਜਾਏ, ਇੱਕ ਵੱਖਰੀ ਚੀਜ਼ ਹੈ। ਤਾਂ ਗੁਰੂ ਜੀ ਕਹਿੰਦੇ ਨੇ ਸਮਾਧੀ ਲਾਇਆਂ, ਗਿਆਨ ਚਰਚਾ ਕੀਤਿਆਂ ਜਾਂ ਹੋਰ ਯੋਗ ਸਾਧਨ ਕੀਤਿਆਂ ਪ੍ਰਭੂ ਖੁਸ਼ ਨਹੀਂ ਹੁੰਦਾ। ਨਾ ਭੀਜੈ ਸੋਗੀ ਕੀਤੈ ਰੋਜ਼। ਰੋਜ਼ ਦਾ ਮਤਲਬ ਨਿਤ। ਨਾ ਹੀ ਰੱਬ ਖੁਸ਼ ਹੁੰਦਾ ਹੈ ਸੋਗ ਕੀਤਿਆਂ। ਕੋਈ ਬੰਦਾ ਨਿਰਾ ਸੋਗ ਹੀ ਕੀਤਾ ਜਾਏ ਤੇ ਕੋਈ ਖੁਸ਼ੀ ਮਾਣੇ ਹੀ ਨਾ। ਜਿਵੇਂ ਸਰੇਵੜੇ ਨੇ ਤਾਂ ਉਹ ਆਮ ਖੁਸ਼ੀਆਂ ਦੇ ਵਿੱਚ ਸ਼ਾਮਲ ਹੀ ਨਹੀਂ ਹੈ। ਤਾਂ ਸੋਗ ਕਰਨ ਦੇ ਨਾਲ ਵੀ, ਚਿੰਤਾ ਕਰਨ ਨਾਲ ਵੀ, ਫਿਕਰ ਕਰਨ ਨਾਲ ਵੀ, ਸੋਗ ਮਨਾਉਣ ਦੇ ਨਾਲ ਵੀ ਰੱਬ ਜਿਹੜਾ ਖੁਸ਼ ਨਹੀਂ ਹੁੰਦਾ। ਨਾ ਭੀਜੈ ਰੂਪੀ ਮਾਲੀ ਰੰਗ। ਰੂਪੀ ਦਾ ਮਤਲਬ ਰੂਪ ਨਾਲ, ਮਾਲੀ ਦਾ ਮਤਲਬ ਮਾਲ ਧਨ ਦੇ ਨਾਲ, ਤੇ ਰੰਗ ਦਾ ਮਤਲਬ ਰੰਗ ਤਮਾਸ਼ਿਆਂ ਦੇ ਵਿੱਚ ਰੁੱਝਿਆ। ਰੂਪ ਨਾਲ, ਮਾਲ ਧਨ ਨਾਲ, ਮੌਜਾਂ ਕਰਨ ਨਾਲ ਰੱਬ ਖੁਸ਼ ਨਹੀਂ ਹੁੰਦਾ। ਵੀ ਕੋਈ ਬੜਾ ਸੋਹਣਾ ਸੁਨੱਖਾ ਹੋਵੇ ਤੇ ਉਹਦੇ ਤੋਂ ਵੇਖ ਕੇ ਰੂਪ ਦੇ ਨਾਲ ਬੰਦਾ ਰੱਬ ਨੂੰ ਖੁਸ਼ ਕਰ ਲਵੇ। ਆਪਣੇ ਰੂਪ ਨੂੰ ਸ਼ਿੰਗਾਰ ਕੇ, ਧਾਰਮਿਕ ਕੱਪੜੇ ਪਾ ਕੇ, ਪਹਿਨਾਵੇ ਪਾ ਕੇ, ਰੂਪ ਨੂੰ ਚੰਗਾ ਬਣਾ ਕੇ ਰੱਬ ਖੁਸ਼ ਨਹੀਂ ਹੁੰਦਾ। ਮਾਲ ਧਨ ਦੇ ਨਾਲ ਜੇ ਕੋਈ ਚਾਹੇ ਕਿ ਸੋਨਾ ਵਗੈਰਾ ਜਾਂ ਹੋਰ ਦੇ ਕੇ ਖੁਸ਼, ਤਾਂ ਉਹਦੇ ਨਾਲ ਨਹੀਂ। ਮੌਜਾਂ ਮਾਣਨ ਦੇ ਨਾਲ ਨਹੀਂ, ਵੀ ਦੁਨੀਆ ਦੀਆਂ ਮੌਜਾਂ ਮਾਣੀ ਜਾਓ ਤੇ ਰੱਬ ਖੁਸ਼ ਹੋ ਜਾਏ। ਨਾ ਭੀਜੈ ਤੀਰਥ ਭਵੈ ਨੰਗ। ਤੀਰਥ ਦਾ ਮਤਲਬ ਤੀਰਥ ਤੇ ਨਹਾਤਿਆਂ, ਭਵੈ ਨੰਗ ਦਾ ਮਤਲਬ ਨੰਗੇ ਪਾਉਣ ਦੇ ਨਾਲ। ਨਾ ਹੀ ਰੱਬ ਤੀਰਥਾਂ ਤੇ ਇਸ਼ਨਾਨ ਕੀਤਿਆਂ ਪ੍ਰਸੰਨ ਹੁੰਦਾ ਹੈ, ਵੀ ਤੀਰਥਾਂ ਤੇ ਨਹਾਉਣ ਦੇ ਨਾਲ ਰੱਬ ਖੁਸ਼ ਹੋ ਜਾਏ, ਰੱਬ ਦੀ ਪ੍ਰਸੰਨਤਾ ਮਿਲ ਜਾਏ। ਜੇ ਐਸਾ ਹੁੰਦਾ ਤਾਂ ਫਿਰ ਖਾਸ ਕਰਕੇ ਇੰਡੀਆ ਦੇ ਅੰਦਰ ਤੇ ਬਹੁ ਗਿਣਤੀ ਇਨਸਾਨਾਂ ਨੂੰ ਰੱਬ ਮਿਲਿਆ ਹੋਣਾ ਸੀ ਨਾ। ਉੱਥੇ ਤਾਂ ਤੀਰਥ ਇਸ਼ਨਾਨਾਂ ਤੇ ਹਰ ਬੰਦਾ ਜਾ ਹੀ ਰਿਹਾ ਹੈ। ਤਾਂ ਤੀਰਥਾਂ ਤੇ ਨਹਾਉਣ ਦੇ ਨਾਲ ਰੱਬ ਖੁਸ਼ ਨਹੀਂ ਹੁੰਦਾ। ਭਵਿਆ ਨੰਗ ਦਾ ਮਤਲਬ ਨੰਗੇ ਪਾਉਣ ਨਾਲ। ਕਿੰਨੇ ਸਾਰੇ ਲੱਖਾਂ ਦੀ ਗਿਣਤੀ ਵਿੱਚ ਨਾਂਗੇ ਸਾਧੂ ਨੇ,
ਜੇ ਨੰਗੇ ਭੌਣ ਦੇ ਨਾਲ ਰੱਬ ਮਿਲਦਾ ਹੋਵੇ, ਨਗਨ ਫਿਰਤ ਜੋ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ। ਫਿਰ ਤਾਂ ਜਿੰਨੇ ਵੀ ਜੰਗਲੀ ਜਾਨਵਰ ਨੇ, ਮਿਰਗ ਆਦਿਕ, ਉਹ ਸਾਰੇ ਮੁਕਤ ਹੋ ਜਾਣ, ਕਿਉਂਕਿ ਸਾਰੇ ਜਾਨਵਰ ਪਸ਼ੂ ਨੰਗੇ ਹੀ ਫਿਰ ਰਹੇ ਨੇ। ਨਾ ਭੀਜੈ ਦਾਤੀ ਕੀਤੈ ਪੁੰਨ, ਪੁੰਨ ਦਾ ਮਤਲਬ ਪੁੰਨ ਕਰਨ ਨਾਲ, ਦਾਤੀ ਦਾ ਮਤਲਬ ਦਾਤਾਂ ਦੇਣ ਨਾਲ। ਦਾਨ ਪੁੰਨ ਕੀਤਿਆਂ ਵੀ ਰੱਬ ਖੁਸ਼ ਨਹੀਂ ਹੁੰਦਾ। ਦਾਨ ਪੁੰਨ ਕੀਤਿਆਂ ਰੱਬ ਦੀ ਪ੍ਰਸੰਨਤਾ ਨਹੀਂ ਪਾਈ ਜਾ ਸਕਦੀ। ਹੁਣ ਜੇ ਦਾਨ ਪੁੰਨ ਕਰਨ ਦੇ ਨਾਲ ਰੱਬ ਖੁਸ਼ ਹੁੰਦਾ ਹੋਵੇ ਤਾਂ ਮਲਕ ਭਾਗੋ ਦਾਨ ਪੁੰਨ ਤਾਂ ਕਰਦਾ ਹੀ ਸੀ ਨਾ। ਗੱਲ ਦਾਨ ਪੁੰਨ ਦੀ ਨਹੀਂ ਹੈ, ਗੱਲ ਇਹ ਹੈ ਕਿ ਜਿਹੜਾ ਦਾਨ ਪੁੰਨ ਕਰ ਰਿਹਾ ਹੈ ਉਹਦੀ ਸੋਚ ਕੀ ਹੈ, ਉਹਦੀ ਕਮਾਈ ਕਿਸ ਟਾਈਪ ਦੀ ਹੈ, ਉਹਦੀਆਂ ਭਾਵਨਾਵਾਂ ਕੀ ਨੇ। ਹੁਣ ਇੱਕ ਬੰਦਾ 2 ਨੰਬਰ ਦੇ ਧੰਦੇ ਕਰਦਾ ਹੋਵੇ, ਲੋਕਾਂ ਨੂੰ ਲੁੱਟਦਾ ਹੋਵੇ, ਰਿਸ਼ਵਤਖੋਰ ਹੋਵੇ, ਚੋਰ ਬੇਈਮਾਨ ਹੋਵੇ, ਤੇ ਉਹ ਲੱਖਾਂ ਰੁਪਏ ਲੋਕਾਂ ਦੇ ਲੁੱਟ ਕੇ ਵਿੱਚੋਂ 10-20 ਹਜ਼ਾਰ ਦਾਨ ਕਰਦਾ ਹੈ, ਤਾਂ ਉਹਦੇ ਨਾਲ ਕੋਈ ਇਨਸਾਨੀਅਤ ਥੋੜਾ ਹੈ, ਕੋਈ ਇਹਦੇ ਨਾਲ ਕੋਈ ਰੱਬ ਦੀ ਪ੍ਰਸੰਨਤਾ ਥੋੜੀ ਪੈਦਾ ਮਿਲ ਜਾਏਗੀ। ਤਾਂ ਗੁਰੂ ਜੀ ਕਹਿੰਦੇ ਨੇ ਦਾਨ ਪੁੰਨ ਕਰਨ ਦੇ ਨਾਲ ਰੱਬ ਖੁਸ਼ ਨਹੀਂ ਹੁੰਦਾ। ਨਾ ਭੀਜੈ ਬਾਹਰ ਬੈਠਿਆਂ ਸੁਣ, ਸੁਣ ਦਾ ਮਤਲਬ ਸੁਣ ਅਵਸਥਾ ਵਿੱਚ ਚੁੱਪਚਾਪ ਰਹਿ ਕੇ ਸਮਾਧੀ ਵਿੱਚ। ਬਾਹਰ ਜੰਗਲਾਂ ਵਿੱਚ ਜਾ ਕੇ ਸੁੰਨ-ਮੁੰਨ ਹੋ ਕੇ ਬੰਦਾ ਬਹਿ ਜਾਏ ਤਾਂ ਵੀ ਰੱਬ ਖੁਸ਼ ਨਹੀਂ ਹੁੰਦਾ। ਸੰਸਾਰ ਨੂੰ ਵੀ ਛੱਡ ਜਾਏ, ਬਾਹਰ ਜੰਗਲਾਂ ਵਿੱਚ ਚਲਾ ਜਾਏ ਤੇ ਜੰਗਲਾਂ ਵਿੱਚ ਜਾ ਕੇ ਸੁੰਨ-ਮੁੰਨ ਹੋ ਕੇ ਬਹਿ ਜਾਏ ਸਮਾਧੀ ਲਾ ਕੇ, ਤੇ ਰੱਬ ਖੁਸ਼ ਨਹੀਂ ਹੁੰਦਾ। ਗੁਰੂ ਜੀ ਕਹਿੰਦੇ ਨੇ ਜੰਗਲਾਂ ਵਿੱਚ ਜਾਇਆ ਵੀ ਤੇ ਸਾਡੇ ਬਾਬੇ ਨੇ ਉਹ ਭੂਰਿਆਂ ਵਿੱਚ ਵੜ ਗਏ ਨੇ ਰੱਬ ਨੂੰ ਖੁਸ਼ ਕਰਨ ਲਈ। ਤਾਂ ਗੁਰੂ ਜੀ ਕਹਿੰਦੇ ਨੇ ਐਵੇਂ ਰੱਬ ਨਹੀਂ ਖੁਸ਼ ਹੁੰਦਾ। ਨਾ ਭੀਜੈ ਭੇਡ ਮਰਹੈ ਭੇਡ ਸੂਰ, ਭੇਡ ਦਾ ਮਤਲਬ ਜੰਗ ਵਿੱਚ, ਸੂਰ ਦਾ ਮਤਲਬ ਸੂਰਮੇ, ਭੇਡ ਦਾ ਮਤਲਬ ਜੰਗ ਵਿੱਚ, ਭੇਡ ਵਿੱਚ, ਤੇ ਭੇਡ ਦਾ ਮਤਲਬ ਭਿੜ ਕੇ ਲੜ ਕੇ, ਸੂਰ ਦਾ ਮਤਲਬ ਸੂਰਮੇ। ਬਹੁਤ ਸਾਰੇ ਯੋਧੇ ਲੜਾਈ ਵਿੱਚ ਲੜ ਕੇ ਮਰਦੇ ਨੇ, ਤੇ ਗੁਰੂ ਜੀ ਕਹਿੰਦੇ ਨੇ ਲੜਾਈ ਵਿੱਚ ਲੜ ਕੇ ਮਰਿਆ ਵੀ ਰੱਬ ਖੁਸ਼ ਨਹੀਂ ਹੁੰਦਾ। ਲੜਾਈ ਵਿੱਚ ਲੜ ਕੇ ਮਰਿਆ ਵੀ ਖੁਸ਼ ਨਹੀਂ ਹੁੰਦਾ। ਜੇ ਐਵੇਂ ਰੱਬ ਖੁਸ਼ ਹੁੰਦਾ ਹੋਵੇ ਫਿਰ ਤਾਂ ਔਰੰਗਜ਼ੇਬ ਤੇ ਵੀ ਖੁਸ਼ ਹੋ ਜਾਏ, ਹਿਟਲਰ ਤੇ ਵੀ, ਕਿਉਂਕਿ ਲੜ ਤੇ ਉਹ ਵੀ ਰਹਿਣ ਨਾ। ਨਾ ਭੀਜੈ ਕੇਤੇ ਹੋਵੇਂ ਧੂੜ, ਕੇਤੇ ਦਾ ਮਤਲਬ ਕਈ ਬੰਦੇ, ਹੋਵੇਂ ਧੂੜ ਦਾ ਮਤਲਬ ਮਿੱਟੀ ਹੁੰਦੇ ਨੇ, ਮਿੱਟੀ ਵਿੱਚ, ਮਿੱਟੀ ਯਾਨੀ ਮਿੱਟੀ ਵਿੱਚ ਲਿਬੜਦੇ ਨੇ। ਸਵਾ ਪਾਉਂਦੇ ਨਾ ਸਿਰ ਵਿੱਚ, ਸਵਾ ਪਿੰਡੇ ਦੇ ਉੱਤੇ ਮਲਦੇ ਨੇ। ਜਦੋਂ ਤੁਸੀਂ ਆ ਦੇਖੋਗੇ ਅਘੋਰੀ ਬਾਬੇ, ਤਾਂ ਉਹਨਾਂ ਨੇ ਬਹੁਤ ਸਾਰਿਆਂ ਨੇ ਪਿੰਡੇ ਉੱਤੇ ਸਵਾ ਮਲੀ ਹੁੰਦੀ ਹੈ। ਜੇ ਤੇ ਦੇਖਣਾ ਹੋਵੇ ਤਾਂ YouTube ਤੇ ਪਾ ਕੇ ਦੇਖ ਸਕਦੇ ਹੋ, ਅਘੋਰੀਜ਼ ਈਟਿੰਗ ਹਿਊਮਨ ਬੋਡੀ, ਉਹ ਤੁਹਾਨੂੰ ਬੰਦਿਆਂ ਦੀਆਂ ਲਾਸ਼ਾਂ ਖਾਂਦੇ ਹੋਏ ਵੀ ਮਿਲ ਜਾਣਗੇ। ਤਾਂ ਕਈ ਬੰਦੇ ਸਵਾ ਆਦਿਕ ਮਲ ਕੇ, ਮਿੱਟੀ ਮਲ ਕੇ ਮਿੱਟੀ ਵਿੱਚ ਲਿਬੜਦੇ ਨੇ, ਤੇ ਇਸ ਤਰ੍ਹਾਂ ਉਹ ਰੱਬ ਨੂੰ ਖੁਸ਼ ਕਰਨਾ ਚਾਹੁੰਦੇ ਨੇ। ਗੁਰੂ ਜੀ ਕਹਿੰਦੇ ਨੇ ਕਿ ਐਵੇਂ ਮਿੱਟੀ ਵਿੱਚ ਲਿਬੜਿਆਂ ਤਿਬੜਿਆਂ ਜਾਂ ਪਿੰਡੇ ਤੇ ਸਵਾਹ ਮਲਣ ਦੇ ਨਾਲ ਵੀ ਰੱਬ ਜਿਹੜਾ ਹੈ ਪ੍ਰਸੰਨ ਨਹੀਂ ਹੁੰਦਾ, ਉਹਦੀ ਪ੍ਰਸੰਨਤਾ ਨਹੀਂ ਮਿਲਦੀ। ਹੁਣ ਆਮ ਲੋਕ ਤਾਂ ਇਹੀ ਕੰਮ ਕਰ ਰਹੇ ਨੇ, ਜਿਹੜੇ ਕੰਮ ਪਿੱਛੇ ਅਸੀਂ ਗਿਣੇ ਨੇ ਗੁਰਬਾਣੀ ਰਾਹੀਂ, ਜੋ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਸ ਸ਼ਲੋਕ ਦੇ ਅੰਦਰ ਦੱਸੇ ਨੇ। ਕੰਮ ਤੇ ਸਾਰੇ ਲੋਕ ਇਹੀ ਕਰ ਰਹੇ ਨੇ, ਕੁਝ ਰਾਗ ਗਾ ਰਹੇ ਨੇ, ਕੋਈ ਨਾਦ ਵਜਾ ਰਿਹਾ ਹੈ, ਕੋਈ ਸਮਾਧੀ ਲਾ ਰਿਹਾ ਹੈ, ਗਿਆਨ ਚਰਚਾ ਕਰ ਰਿਹਾ ਹੈ, ਯੋਗ ਸਾਧਨਾ ਕਰ ਰਿਹਾ ਹੈ, ਸੋਗ ਕਰ ਰਿਹਾ ਹੈ। ਕਈ ਲੋਕ ਰੂਪ ਸ਼ਿੰਗਾਰ ਰਹੇ ਨੇ, ਆਪਣਾ ਬਾਹਰੀ ਪਹਿਨਾਵੇ ਪਹਿਨ ਰਹੇ ਨੇ, ਧਨ ਦੌਲਤ ਵਿੱਚ ਖਚਤ ਨੇ। ਕਈ ਲੋਕ ਤੀਰਥਾਂ ਤੇ ਨਹਾ ਰਹੇ ਨੇ, ਬਹੁਤੇ ਲੋਕ ਨੰਗੇ ਹੋ ਕੇ ਫਿਰ ਰਹੇ ਨੇ, ਦਾਨ ਪੁੰਨ ਕਰ ਰਹੇ ਨੇ, ਸੁੰਨ ਸਮਾਧੀ ਲਾ ਕੇ ਜੰਗਲਾਂ ਵਿੱਚ ਬੈਠੇ ਨੇ, ਸੂਰਮੇ ਜੰਗ ਦੇ ਵਿੱਚ ਲੜ ਰਹੇ ਨੇ। ਕਈ ਲੋਕ ਆਪਣੇ ਸਿਰ ਦੇ ਵਿੱਚ ਰਾਖ ਆਦਿਕ ਪਾ ਰਹੇ ਨੇ। ਹੁਣ ਕੰਮ ਤੇ ਇਹੀ ਰਹਿ ਗਏ, ਪੜਿਆ ਵੀ ਨਹੀਂ ਮਿਲਦਾ, ਧਾਰਮਿਕ ਗ੍ਰੰਥ ਪੜ ਰਹੇ ਨੇ, ਤੇ ਇਹਨਾਂ ਕੰਮਾਂ ਨਾਲ ਤੇ ਮਿਲਦਾ ਨਹੀਂ, ਤੇ ਬਾਕੀ ਹੁਣ ਸਾਡੇ ਕੋਲ ਬਚਿਆ ਕੀ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਅਗਲੀ ਪੰਕਤੀ ਦੇ ਵਿੱਚ ਸਮਝਾ ਰਹੇ ਨੇ ਅਸਲੀਅਤ ਕੀ, ਅਸਲੀਅਤ ਕੀ ਹੈ। ਬਾਹਰੋਂ ਤੁਸੀਂ ਕੀ ਕੰਮ ਕਰ ਰਹੇ ਹੋ, ਇਹਨਾਂ ਦੀ ਕੋਈ ਵੈਲਿਊ ਨਹੀਂ ਹੈ। ਲੇਖਾ ਲਿਖੀਐ ਮਨ ਕੈ ਭਾਏ, ਲੇਖਾ ਦਾ ਮਤਲਬ ਹਿਸਾਬ ਕਿਤਾਬ, ਕਿ ਸਾਡੇ ਚੰਗੇ ਔਰ ਮੰਦੇ ਹੋਣ ਦੀ ਪਰਖ, ਕਿ ਕੌਣ ਚੰਗਾ ਹੈ ਕੌਣ ਮੰਦਾ ਹੈ। ਜਿੰਨੇ ਵੀ ਇਹ ਕਰਮ ਗਿਣੇ ਨੇ, ਇਹਨਾਂ ਕਰਮ ਕਰਨ ਵਾਲਿਆਂ ਚੋਂ ਕਿਹੜੇ ਬੰਦੇ ਨੂੰ ਅਸੀਂ ਚੰਗਾ ਕਹੀਏ ਕਿ ਫਲਾਂ ਬੰਦਾ ਚੰਗਾ ਹੈ। ਵੈਸੇ ਤਾਂ ਜਿੰਨੇ ਵੀ ਕਹਿ ਰਹੇ ਨੇ ਉਹ ਸਭ ਇਹੀ ਕਹਿ ਰਹੇ ਨੇ, ਸਭ ਕਹਤੇ ਹੈ ਪਾਇਆ, ਸਾਰੇ ਇਹੀ ਕਹਿ ਰਹੇ ਨੇ ਸਾਡੀ ਮਰਿਆਦਾ ਚੰਗੀ ਹੈ। ਜੇ ਅਸੀਂ ਮਰਿਆਦਾਵਾਂ ਵਾਲੇ ਪਾਸੇ ਜਾਈਏ ਤਾਂ ਹਰ ਬੰਦਾ ਕਹਿੰਦਾ ਸਾਡੀ ਮਰਿਆਦਾ ਮਹਾਨ ਹੈ, ਸਾਡਾ ਪੰਥ ਮਹਾਨ ਹੈ, ਸਾਡਾ ਧਰਮ ਮਹਾਨ ਹੈ, ਸਾਡਾ ਰਾਹ ਚੰਗਾ ਹੈ, ਸਾਡਾ ਬਾਬਾ ਚੰਗਾ ਹੈ। ਸਾਰੇ ਲੋਕ ਇਹੀ ਕਹਿ ਰਹੇ ਨੇ।
ਇਹਦਾ ਫੈਸਲਾ ਕਿਵੇਂ ਹੋਵੇ ਕਿ ਕੌਣ ਚੰਗਾ ਹੈ ਕੌਣ ਮੰਦਾ ਹੈ। ਲੇਖਾ ਲਿਖੀਏ ਦਾ ਮਤਲਬ ਲੇਖਾ ਲਿਖਿਆ ਜਾਂਦਾ ਹੈ। ਮਨ ਕੈ ਭਾਏ ਦਾ ਮਤਲਬ ਮਨ ਦੀ ਜੋ ਭਾਵਨਾ ਹੈ, ਮਨ ਦੀ ਅਵਸਥਾ ਅਨੁਸਾਰ ਲੇਖਾ ਲਿਖਿਆ ਜਾਂਦਾ ਹੈ। ਭਾਵ ਸਾਡੇ ਚੰਗੇ ਔਰ ਮੰਦੇ ਹੋਣ ਦੀ ਜੋ ਪਰਖ ਹੈ ਨਾ, ਉਹ ਖਾਸ ਕਰਮ ਕਰਨ ਤੋਂ ਨਹੀਂ ਹੁੰਦੀ ਕਿ ਕੌਣ ਕਿਹੜੇ ਕਿਹੜੇ ਕਰਮ ਕਰ ਰਿਹਾ ਹੈ, ਸਗੋਂ ਮਨ ਦੀ ਨੀਅਤ ਜਾਂ ਮਨ ਦੀ ਭਾਵਨਾ ਦੇ ਨਾਲ ਹੁੰਦੀ ਹੈ ਕਿ ਬੰਦੇ ਦੀ ਨੀਅਤ ਕੀ ਹੈ, ਬੰਦੇ ਦੀ ਭਾਵਨਾ ਕੀ ਹੈ, ਬੰਦੇ ਦੀ ਨੀਅਤ, ਬੰਦੇ ਦੀ ਮੈਂਟੈਲਿਟੀ, ਬੰਦੇ ਦੀ ਸੋਚ ਕੀ ਹੈ। ਵਿਸ਼ੇਸ਼ ਕੰਮ ਕਰਨ ਦੇ ਨਾਲ ਸਾਡੇ ਚੰਗੇ ਔਰ ਮੰਦੇ ਹੋਣ ਦੀ ਪਰਖ ਨਹੀਂ ਹੈ। ਪਰਖ ਇਸ ਗੱਲ ਦੇ ਉੱਤੇ ਹੁੰਦੀ ਹੈ ਕਿ ਮਨ ਦੀ ਭਾਵਨਾ ਕੈਸੀ ਹੈ, ਮੈਂਟੈਲਿਟੀ ਕੈਸੀ ਹੈ। ਜਿਵੇਂ ਅਸੀਂ ਆਮ ਪ੍ਰਮਾਣ ਦੇ ਰਹੇ ਹਾਂ ਕਿ ਗੰਗੂ ਵੀ ਬੋਲ ਰਿਹਾ ਹੈ ਇੱਕ ਲਫ਼ਜ਼ ਔਰ ਮਲੇਰਕੋਟਲੇ ਵਾਲਾ ਨਵਾਬ ਵੀ ਬੋਲ ਰਿਹਾ ਹੈ। ਗੰਗੂ ਸੱਚ ਬੋਲ ਰਿਹਾ ਹੈ ਆਪਣੇ ਮਨੋਂ ਤਾਂ ਕਿ ਗੁਰੂ ਜੀ ਦੀ ਮਾਤਾ ਔਰ ਛੋਟੇ ਸਾਹਿਬਜ਼ਾਦੇ ਮੇਰੇ ਘਰ ਵਿੱਚ ਨੇ, ਤਾਂ ਉਹਦੀ ਪਰਖ ਇਹਨਾਂ ਬੋਲਾਂ ਤੋਂ ਨਹੀਂ ਹੋ ਰਹੀ। ਉਹਦੇ ਮਨ ਦੀ ਭਾਵਨਾ ਦੇਖੋ ਕੀ ਹੈ। ਮਨ ਦੀ ਭਾਵਨਾ ਇਹ ਹੈ ਕਿ ਇਹਨਾਂ ਤਿੰਨਾਂ ਨੂੰ ਮੌਤ ਦੇ ਮੂੰਹ ਵਿੱਚ ਪਹੁੰਚਾ ਕੇ ਤੇ ਮੈਂ ਜਿਹੜਾ ਹੈ ਇਨਾਮ ਲਵਾਂ, ਆਪਣੇ ਬੱਚਿਆਂ ਵਾਸਤੇ, ਪਰਿਵਾਰ ਨੂੰ ਬਚਾਵਾਂ। ਭਾਵਨਾ ਇਹ ਹੈ। ਤਾਂ ਕੰਮ ਦੀ ਗੱਲ ਨਹੀਂ ਨਾ, ਮਹਾਨਤਾ ਭਾਵਨਾ ਦੀ ਕਿ ਪਿੱਛੇ ਭਾਵਨਾ ਕੀ ਹੈ। ਤੇ ਜੇ ਅਸੀਂ ਗਨੀ ਖਾਨ ਨਬੀ ਖਾਨ ਨੂੰ ਵੇਖੀਏ ਤਾਂ ਉਹਨਾਂ ਨੂੰ ਜਦੋਂ ਅਸੀਂ ਵੇਖਦੇ ਹਾਂ ਤੇ ਬਾਹਰੀ ਤੌਰ ਤੇ ਤਾਂ ਉਹ ਝੂਠ ਬੋਲਦੇ ਪ੍ਰਤੀਤ ਹੋ ਰਹੇ ਨੇ ਕਿ ਗੁਰੂ ਗੋਬਿੰਦ ਸਿੰਘ ਨਹੀਂ, ਇਹ ਉੱਚ ਦਾ ਪੀਰ ਹੈ। ਪਰ ਉਹਨਾਂ ਦੇ ਮਨ ਦੀ ਭਾਵਨਾ ਇਹ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਸ਼ਰੀਰ ਕਰਕੇ ਬਚਣਗੇ ਤਾਂ ਇਸ ਦੁਨੀਆ ਤੇ ਧਰਮ ਬਚੇਗਾ, ਤਾਂ ਇਸ ਦੁਨੀਆ ਤੇ ਕੋਈ ਹਿਊਮਨ ਰਾਈਟਸ ਦੀ ਗੱਲ ਕਰਨ ਵਾਲਾ ਬਚੇਗਾ। ਤਾਂ ਬਾਹਰ ਦੇ ਕਰਮ ਅਸੀਂ ਕੈਸੇ ਕਰਦੇ ਹਾਂ, ਉਹਦੇ ਨਾਲ ਚੰਗੇ ਮੰਦੇ ਦੀ ਪਰਖ ਨਹੀਂ ਹੁੰਦੀ। ਚੰਗੇ ਔਰ ਮੰਦੇ ਦੀ ਪਰਖ ਨੀਅਤ ਨਾਲ ਹੁੰਦੀ ਹੈ ਕਿ ਬੰਦੇ ਦੀ ਨੀਅਤ ਕੀ ਹੈ, ਬੰਦੇ ਦੀ ਭਾਵਨਾ ਕੀ ਹੈ, ਬੰਦੇ ਦੀ ਸੋਚ ਕੀ ਹੈ, ਬੰਦੇ ਦੀ ਮੈਂਟੈਲਿਟੀ ਕੀ ਹੈ। ਤੇ ਇਹ ਜੋ ਮਾਨਸਿਕਤਾ ਹੈ ਜਾਂ ਸੋਚ ਹੈ, ਇਹ ਬੰਦੇ ਦੇ ਜੀਵਨ ਦੇ ਵਿੱਚੋਂ ਨਾ ਇੰਝ ਲੱਗਦਾ ਜਿਵੇਂ ਅਲੋਪ ਹੁੰਦੀ ਜਾ ਰਹੀ ਹੈ। ਹੁਣ ਰੱਬ ਦੇ ਵਿੱਚ ਮਿਲਣਾ ਦੇਖੋ ਇੱਕ ਸੋਚ ਹੀ ਤੇ ਹੈ ਨਾ। ਆਪਣੀ ਛੋਟੀ ਸੋਚ ਨੂੰ ਗੁਰੂ ਦੀ ਸੋਚ ਵਿੱਚ ਮਿਲਾ ਦੇਣਾ ਹੀ ਤੇ ਰੱਬ ਦੀ ਪ੍ਰਾਪਤੀ ਹੈ। ਪ੍ਰਭੂ ਦੀ ਸੋਚ ਵਿੱਚ ਸੋਚ ਨੂੰ ਮਿਲਾ ਦੇਣਾ ਹੀ ਤੇ ਰੱਬ ਦੀ ਪ੍ਰਾਪਤੀ ਹੈ। ਜੋਤੀ ਜੋਤ ਮਿਲੀ ਦਾ ਇਹੋ ਤੇ ਮਤਲਬ ਹੈ। ਜੋਤ ਵਿੱਚ ਜੋਤ ਮਿਲਣ ਦਾ ਕਿ ਆਪਣੀ ਸੋਚ ਨੂੰ ਰੱਬੀ ਸੋਚ ਵਿੱਚ ਮਿਲਾ ਦੇਣਾ। ਤੇ ਜਿਨ੍ਹਾਂ ਦੀ ਸੋਚ ਗੁਰੂ ਵਾਲੀ ਹੋ ਗਈ, ਜਿਨ੍ਹਾਂ ਦੀ ਸੋਚ ਰੱਬ ਵਾਲੀ ਹੋ ਗਈ, ਉਹ ਲੋਕ ਮਹਾਨ ਹੋ ਗਏ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਜਿੰਨੇ ਵੀ ਅਸੀਂ ਬਾਹਰੀ ਤੌਰ ਤੇ ਕਰਮ ਕਰਦੇ ਹਾਂ, ਉਹਨਾਂ ਕਰਮਾਂ ਤੋਂ ਚੰਗੇ ਔਰ ਮੰਦੇ ਦੀ ਪਛਾਣ ਨਹੀਂ ਹੁੰਦੀ, ਸਗੋਂ ਚੰਗੇ ਔਰ ਮੰਦੇ ਦੀ ਪਛਾਣ ਜਿਹੜੀ ਹੈ ਉਹ ਬੰਦੇ ਦੀ ਨੀਅਤ ਤੋਂ ਹੁੰਦੀ ਹੈ। ਉਹਦੀ ਭਾਵਨਾ ਚੰਗੀ ਹੋਣੀ ਚਾਹੀਦੀ ਹੈ, ਮੈਂਟੈਲਿਟੀ ਚੰਗੀ ਹੋਣੀ ਚਾਹੀਦੀ ਹੈ। ਜੇ ਮੈਂਟੈਲਿਟੀ ਤੁਹਾਡੀ ਠੀਕ ਨਹੀਂ ਹੈ, ਅੰਦਰ ਸੱਚ ਨਹੀਂ, ਅੰਦਰ ਇਨਸਾਨੀਅਤ ਨਹੀਂ, ਤਾਂ ਤੀਰਥਾਂ ਤੇ ਨਹਾਈ ਜਾਓ ਤੇ ਭਾਵੇਂ ਯੋਗ ਸਾਧਨਾ ਕਰੀ ਜਾਓ ਤੇ ਭਾਵੇਂ ਕਰਮ ਕਾਂਡ ਕਰੀ ਜਾਓ ਜਾਂ ਬਸਤਰ ਪਾਈ ਜਾਓ, ਕਿਸੇ ਧਾਰਮਿਕ ਚਿੰਨ੍ਹ ਧਾਰਨ ਕਰ ਲਓ, ਜੇ ਭਾਵਨਾ ਹੀ ਚੰਗੀ ਨਹੀਂ, ਨੀਅਤ ਸਾਫ਼ ਨਹੀਂ, ਸੋਚ ਸਾਫ਼ ਨਹੀਂ, ਤਾਂ ਫਿਰ ਰੱਬ ਪ੍ਰਸੰਨ ਨਹੀਂ ਹੁੰਦਾ। ਠੀਕ ਹੈ ਨਾ। ਲੇਖਾ ਲਿਖੀਏ ਮਨ ਕੈ ਭਾਏ, ਨਾਨਕ ਭੀਜੈ ਸਾਚੈ ਨਾਏ। ਨਾਏ ਦਾ ਮਤਲਬ ਹੁਕਮ, ਸਾਚੈ ਦਾ ਮਤਲਬ ਸੱਚਾ। ਤਾਂ ਪ੍ਰਭੂ ਜਿਹੜਾ ਹੈ ਉਹਦੀ ਪ੍ਰਸੰਨਤਾ ਮਿਲਦੀ ਹੈ ਸੱਚੇ ਦੇ ਹੁਕਮ ਵਿੱਚ ਤੁਰਿਆ, ਸੱਚੇ ਨਾਮ ਦੀ ਰਾਹੀਂ। ਪ੍ਰਭੂ ਪ੍ਰਸੰਨ ਹੁੰਦਾ ਹੈ ਉਹਦੇ ਹੁਕਮ ਦੇ ਵਿੱਚ ਤੁਰਿਆ, ਪ੍ਰਭੂ ਦੀ ਸਿਫਤ ਸਲਾਹ ਵਿੱਚ ਜੁੜਿਆ, ਰੱਬੀ ਗੁਣਾਂ ਨੂੰ ਧਾਰਨ ਕੀਤਿਆਂ, ਰੱਬ ਦੀ ਰਜ਼ਾ ਵਿੱਚ ਤੁਰਿਆ, ਪ੍ਰਸੰਨਤਾ ਮਿਲਦੀ। ਤਾਂ ਜੇ ਕੋਈ ਪ੍ਰਸੰਨਤਾ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਹਦੇ ਵਾਸਤੇ ਇੱਕੋ ਹੀ ਚੀਜ਼ ਹੈ ਕਿ ਰੱਬੀ ਰਜ਼ਾ ਦੇ ਵਿੱਚ ਤੁਰਿਆ ਜਾਏ। ਜੋ ਜਪਜੀ ਸਾਹਿਬ ਜੀ ਦੇ ਵਿੱਚ ਹੀ ਦੱਸ ਦਿੱਤਾ ਨਾ, ਇੱਕ ਹੀ ਸਵਾਲ ਹੈ ਮਨੁੱਖਤਾ ਵਾਸਤੇ ਕਿ ਕਿਵ ਸਚਿਆਰਾ ਹੋਈ ਹੈ, ਕਿ ਸਚਿਆਰ ਕਿਵੇਂ ਹੋਈ ਹੈ, ਰੱਬ ਵਰਗੇ ਕਿਵੇਂ ਬਣੀਏ। ਤੇ ਉਹਦੇ ਵਾਸਤੇ ਇੱਕ ਹੀ ਨਿਯਮ ਹੈ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ ਰਜ਼ਾ ਭਾਣੇ ਦੇ ਵਿੱਚ ਤੁਰਨਾ। ਜਦੋਂ ਤੋਂ ਇਹ ਸੰਸਾਰ ਤੁਰਿਆ ਹੁੰਦਾ ਉਦੋਂ ਤੋਂ ਹੀ ਇਹ ਹੁਕਮ ਹੈ, ਉਦੋਂ ਤੋਂ ਹੀ ਇਹ ਨਿਯਮ ਵੀ ਨਾਲ ਹੀ ਤੁਰਿਆ ਹੁੰਦਾ। ਤਾਂ ਉਸ ਨਿਯਮ ਦੇ ਅੰਦਰ ਚੱਲਣਾ, ਹੁਕਮ ਦੇ ਅੰਦਰ ਚੱਲਣਾ। ਜੇ ਅਸੀਂ ਸੌਖੀ ਲੈਂਗੁਏਜ ਵਿੱਚ, ਸੌਖੀ ਭਾਸ਼ਾ ਵਿੱਚ ਸਮਝਣਾ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਜੋ ਵੇ ਆਫ ਲਾਈਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਤੋਂ ਸਾਨੂੰ ਮਿਲ ਰਿਹਾ ਹੈ, ਇਸ ਵੇ ਆਫ ਲਾਈਫ ਨੂੰ ਅਪਣਾ ਲੈਣਾ ਹੀ ਪ੍ਰਭੂ ਦੀ ਪ੍ਰਸੰਨਤਾ ਸਾਨੂੰ ਦਿਵਾ ਸਕਦਾ ਹੈ, ਰੱਬ ਦਾ ਮਿਲਾਪ ਹਾਸਲ ਹੋ ਸਕਦਾ ਹੈ। ਜੋ 6 ਗੱਲਾਂ ਅਸੀਂ ਆਮ ਸਾਂਝੀਆਂ ਕਰ ਰਹੇ ਹਾਂ ਕਿ ਅੱਖਾਂ ਨਾਲ
ਹਰ ਇਨਸਾਨ ਨੂੰ, ਔਰਤ ਜਿਹੜੀ ਹੈ ਉਹ ਆਪਣੇ ਪਤੀ ਤੋਂ ਇਲਾਵਾ ਹਰ ਇਨਸਾਨ ਨੂੰ ਪਿਤਾ, ਭਰਾ ਔਰ ਬੇਟੇ ਦੀ ਤਰ੍ਹਾਂ ਵੇਖੇ, ਤੇ ਹਰ ਬੰਦਾ ਆਪਣੀ ਪਤਨੀ ਤੋਂ ਇਲਾਵਾ ਹਰ ਔਰਤ ਨੂੰ ਬੇਟੀ, ਭੈਣ ਔਰ ਮਾਂ ਦੇ ਰੂਪ ਵਿੱਚ ਵੇਖੇ। ਜ਼ਬਾਨ ਦੇ ਨਾਲ ਬੰਦਾ ਸੱਚੇ ਬੋਲ ਬੋਲੇ, ਪਿਆਰੇ ਬੋਲ ਬੋਲੇ, ਕੰਨਾਂ ਦੇ ਨਾਲ ਬੰਦਾ ਸੱਚ ਸੁਣੇ, ਹੱਥਾਂ ਨਾਲ ਇਮਾਨਦਾਰੀ ਵਾਲੇ ਕਰਮ ਕਰੇ ਔਰ ਕਿਸੇ ਦੀ ਹੈਲਪ ਕਰੇ, ਪੈਰਾਂ ਨਾਲ ਸਿੱਧੇ ਰਾਹਾਂ ਤੇ ਜਾਏ ਔਰ ਮਨ ਕਰਕੇ ਸੱਚ ਸੋਚੇ, ਉਹਦੀ ਮੈਂਟੈਲਿਟੀ ਸੱਚੀ ਹੋਵੇ। ਇਹ ਹੈ ਰਜ਼ਾ ਪਾਣਾ। ਇਸ ਤਰ੍ਹਾਂ ਸਾਨੂੰ ਪ੍ਰਭੂ ਦੀ ਪ੍ਰਸੰਨਤਾ ਮਿਲ ਸਕਦੀ ਹੈ। ਮਹਿਲਾ ਪਹਿਲਾ, ਨਵ ਛੇ ਖਟਕਾ ਕਰੇ ਵਿਚਾਰ। ਨਵ ਦਾ ਮਤਲਬ 9 ਵਿਆਕਰਣ, ਜਿਹੜੀਆਂ 9 ਕਿਸਮ ਦੀ ਵਿਆਕਰਣ ਹੈ ਮੰਨੀ ਗਈ। 6 ਦਾ ਮਤਲਬ 6 ਸ਼ਾਸਤਰ, ਤੇ ਖਟ ਦਾ ਮਤਲਬ 6 ਵੇਦਾਂਗ, ਸਿੱਖਿਆ, ਕਲਪ, ਵਿਆਕਰਣ, ਛੰਦ, ਨਿਰੁਕਤ ਔਰ ਜੋਤਿਸ਼, ਜਿਹੜੇ ਵੇਦ ਦੇ 6 ਅੰਗ ਨੇ। ਜੋ ਮਨੁੱਖ ਇੰਨਾ ਵਿਦਵਾਨ ਹੋਵੇ ਕਿ 9 ਵਿਆਕਰਣ, 6 ਸ਼ਾਸਤਰਾਂ ਤੇ 6 ਵੇਦਾਂਗ ਦੀ ਵਿਚਾਰ ਵੀ ਕਰੇ, ਇਹਨਾਂ ਸਾਰੀਆਂ ਪੁਸਤਕਾਂ ਨੂੰ ਪੜ੍ਹੇ ਵੀ ਔਰ ਇਹਨਾਂ ਸਾਰੀਆਂ ਪੁਸਤਕਾਂ ਦੇ ਅਰਥ ਭਾਵ ਨੂੰ ਵੀ ਸਮਝ ਲਵੇ, ਯਾਨੀ ਅਰਥਾਂ ਸਮੇਤ ਇਹ ਸਾਰੇ ਧਰਮ ਗ੍ਰੰਥਾਂ ਨੂੰ ਉਜਾਣਦਾ ਹੋਵੇ, ਵਿਆਕਰਣ ਨੂੰ ਵੀ, ਵੇਦਾਂ ਨੂੰ ਵੀ, ਸ਼ਾਸਤਰਾਂ ਨੂੰ ਵੀ, ਔਰ ਉਹਨਾਂ ਦੀ ਵਿਚਾਰ ਕਰ ਸਕਦਾ ਹੋਵੇ ਅਰਥਾਂ ਸਮੇਤ। ਨਿਸ ਦਿਨ ਉਚਰੈ ਭਾਰ 18। ਨਿਸ ਦਿਨ ਦਾ ਮਤਲਬ ਦਿਨ ਰਾਤ, ਉਚਰੈ ਦਾ ਮਤਲਬ ਉਚਾਰਨ ਕਰੇ, ਪੜ੍ਹੇ। ਭਾਰ 18 ਦਾ ਮਤਲਬ 18 ਪਰਬਾਂ ਵਾਲਾ ਗ੍ਰੰਥ ਜੋ ਹੈ ਮਹਾਭਾਰਤ। 18 ਪਰਵਾਂ ਵਾਲੇ ਮਹਾਭਾਰਤ ਗ੍ਰੰਥ ਨੂੰ ਵੀ ਦਿਨ ਰਾਤ ਪੜ੍ਹਦਾ ਰਹੇ। ਬਾਕੀ 9 ਵਿਆਕਰਨਾਂ, 6 ਸ਼ਾਸਤਰਾਂ, 6 ਵੇਦਾਂਗ ਦੀ ਵਿਚਾਰ ਕਰੇ, ਇਹਨਾਂ ਦੇ ਅਰਥ ਵੀ ਪੜ੍ਹ ਲੈ। ਦਿਨ ਰਾਤ 18 ਪਰਵਾਂ ਵਾਲੇ ਮਹਾਭਾਰਤ ਗ੍ਰੰਥ ਨੂੰ ਵੀ ਪੜ੍ਹਦਾ ਰਹੇ। ਪਰ ਗੁਰੂ ਜੀ ਕਹਿੰਦੇ ਨੇ ਤਿੰਨ ਵੀ ਅੰਤ ਨਾ ਪਾਇਆ ਤੋਹੇ। ਤਿੰਨ ਦਾ ਮਤਲਬ ਉਸ ਮਨੁੱਖ ਨੇ ਵੀ, ਹੇ ਪ੍ਰਭੂ ਤੇਰਾ ਅੰਤ ਨਹੀਂ ਪਾਇਆ। ਮਤਲਬ ਇੰਨਾ ਲੰਬਾ ਚੌੜਾ ਗਿਆਨ ਹੋਣ ਦੇ ਨਾਲ ਵੀ ਰੱਬ ਦਾ ਅੰਤ ਨਹੀਂ ਪਾਇਆ ਜਾਂਦਾ। ਜੇ ਕੋਈ ਕਹੇ ਕਿ ਇਹ ਗਿਆਨ ਹਾਸਲ ਕਰਕੇ ਰੱਬ ਦਾ ਅੰਤ ਪਾ ਲੈ, ਤਾਂ ਅੰਤ ਨਹੀਂ ਪਾਇਆ ਜਾਂਦਾ। ਕਿੱਥੋਂ ਇਹ ਦੁਨੀਆ ਸ਼ੁਰੂ ਹੁੰਦੀ ਹੈ, ਕਿੱਥੇ ਜਾ ਕੇ ਖਤਮ ਹੁੰਦੀ ਹੈ, ਕਿੰਨਾ ਵੱਡਾ ਇਹ ਯੂਨੀਵਰਸ ਹੈ, ਇਹਦਾ ਕੋਈ ਅੰਤ ਨਹੀਂ। ਤੂੰ ਅਨੰਤ ਹੈ, ਤੇਰਾ ਅੰਤ ਨਹੀਂ ਪਾਇਆ ਜਾਂਦਾ। ਨਾਮ ਬਿਹੂਣ ਮੁਕਤ ਕਿਉਂ ਹੋਏ। ਨਾਮ ਦਾ ਮਤਲਬ ਰਜ਼ਾ, ਬਿਹੂਣ ਦਾ ਮਤਲਬ ਬਿਨਾਂ ਸਖਣਾ। ਜਿਹੜਾ ਬੰਦਾ ਰਜ਼ਾ ਭਾਣੇ ਵਿੱਚ ਨਹੀਂ ਤੁਰਦਾ, ਮੁਕਤ ਕਿਉਂ ਹੋਏ, ਉਹ ਮੁਕਤ ਕਿਵੇਂ ਹੋ ਸਕਦਾ ਹੈ? ਭਾਵ ਨਹੀਂ ਹੋ ਸਕਦਾ, ਬੰਧਨਾਂ ਤੋਂ ਖੁਲਾਸੀ ਨਹੀਂ ਹੋ ਸਕਦੀ। ਹੁਣ ਗਿਆਨ ਤੇ ਹੋਵੇ, ਜਾਣਕਾਰੀ ਤਾਂ ਹੋਵੇ, ਦਿਨ ਰਾਤ ਧਰਮ ਗ੍ਰੰਥ ਪੜ੍ਹਦਾ ਹੋਏ, ਲੇਕਿਨ ਹੁਕਮ ਰਜ਼ਾ ਨੂੰ ਮੰਨਦਾ ਨਾ ਹੋਵੇ, ਰਜ਼ਾ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਨਾ ਕਰੇ, ਗੁਣਾਂ ਬਾਰੇ ਤੇ ਪਤਾ ਹੋਵੇ ਲੇਕਿਨ ਇੰਪਲੀਮੈਂਟ ਨਾ ਕਰੇ। ਜਿਵੇਂ ਹੁਣ ਮੈਂ ਹਾਂ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰ ਰਿਹਾ, ਤਾਂ ਮੈਂ ਗੁਰਬਾਣੀ ਪੜ੍ਹ ਵੀ ਰਿਹਾ, ਗੁਰਬਾਣੀ ਦੇ ਅਰਥ ਵੀ ਮੈਂ ਪੜ੍ਹ ਰਿਹਾ ਹਾਂ ਔਰ ਤੁਹਾਨੂੰ ਸੁਣਾ ਵੀ ਰਿਹਾ ਹਾਂ। ਤਾਂ ਸਿਰਫ ਗੁਰਬਾਣੀ ਪੜ੍ਹ ਕੇ, ਅਰਥ ਕਰਕੇ ਤੁਹਾਨੂੰ ਸੁਣਾਉਣ ਦੇ ਨਾਲ ਹੀ ਮੈਂ ਮੁਕਤ ਥੋੜਾ ਹੋ ਜਾਵਾਂਗਾ। ਮੁਕਤ ਤੇ ਮੈਂ ਤਾਂ ਹੀ ਹੋਵਾਂਗਾ ਜੇ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰਾਂਗਾ, ਜੇ ਮਨ, ਬਚਨ, ਕਰਮ ਕਰਕੇ ਸੱਚ ਦਾ ਧਾਰ ਨਹੀਂ ਹੋਵਾਂਗਾ। ਤੇ ਜੇ ਮੈਂ ਆਪ ਇੰਪਲੀਮੈਂਟ ਨਹੀਂ ਕਰ ਰਿਹਾ ਤਾਂ ਮੈਂ ਮੁਕਤ ਨਹੀਂ ਹੋਵਾਂਗਾ, ਮੈਂ ਵੀ ਬੰਧਨਾਂ ਵਿੱਚ ਰਹਾਂਗਾ। ਸਗੋਂ ਗੁਰੂ ਜੀ ਦਾ ਪਾਵਨ ਬਚਨ ਹੈ, ਅਵਰ ਉਪਦੇਸ ਹੈ, ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ। ਜਿਹੜਾ ਦੂਜਿਆਂ ਨੂੰ ਉਪਦੇਸ਼ ਕਰਦਾ ਹੈ ਪਰ ਆਪ ਉਸ ਚੀਜ਼ ਤੇ ਅਮਲ ਨਹੀਂ ਕਰਦਾ, ਉਹ ਭਟਕਣਾ ਵਿੱਚ ਪਿਆ ਰਹਿੰਦਾ ਹੈ, ਜੰਮਦਾ ਹੈ ਔਰ ਮਰ ਜਾਂਦਾ ਹੈ, ਭਟਕਣਾ ਦੇ ਵਿੱਚ ਆਪਣੀ ਜ਼ਿੰਦਗੀ ਬਰਬਾਦ ਕਰ ਜਾਂਦਾ ਹੈ, ਉਹਨੂੰ ਕੁਝ ਵੀ ਨਹੀਂ ਮਿਲਦਾ। ਤਾਂ ਗੱਲ ਤਾਂ ਹੈ ਹੁਕਮ ਰਜ਼ਾ ਦੇ ਅੰਦਰ ਚੱਲਣ ਦੀ। ਨਾਮ ਬਿਹੂਣ ਮੁਕਤ ਕਿਉਂ ਹੋਏ। ਨਾਭ ਵਸਤ ਬ੍ਰਹਮੈ ਅੰਤ ਨਾ ਜਾਣਿਆ। ਨਾਭ ਵਸਤ ਦਾ ਮਤਲਬ ਕਮਲ ਦੀ ਨਾਭੀ ਵਿੱਚ ਵਸਦੇ ਹੋਏ ਬ੍ਰਹਮੇ ਨੇ। ਬ੍ਰਹਮਾ ਦੇ ਨਾਲ ਇੱਕ ਕਹਾਣੀ ਜੋੜੀ ਗਈ ਹੈ। ਮਿਥਿਹਾਸ ਹੈ ਕਿ ਜਦੋਂ ਬ੍ਰਹਮਾ ਪੈਦਾ ਹੋਇਆ ਕਮਲ ਦੇ ਫੁੱਲ ਚੋਂ, 4 ਚੁਫੇਰੇ ਪਾਣੀ ਹੀ ਪਾਣੀ ਸੀ, ਕਮਲ ਦਾ ਫੁੱਲ ਸੀ, ਤਾਂ ਇਹਨੇ ਵੇਖਿਆ ਕਿ ਮੈਂ ਕਿੱਥੋਂ ਪੈਦਾ ਹੋ ਗਿਆ, ਤਾਂ ਇਸ ਨੂੰ ਹੰਕਾਰ ਹੋ ਗਿਆ। ਤੇ ਕਿਸੇ ਨੇ ਕਿਹਾ ਕਿ ਆਵਾਜ਼ ਆਈ ਕਿ ਤੂੰ ਕਮਲ ਦੇ ਫੁੱਲ ਚੋਂ ਪੈਦਾ ਹੋਇਆ। ਇਹਨੂੰ ਹੰਕਾਰ ਹੋਇਆ, ਕਹਿੰਦੇ ਨੇ ਇਸਨੇ ਲੱਤ ਮਾਰੀ ਤੇ ਕਮਲ ਦੀ ਨਾਭੀ ਵਿੱਚ ਡਿੱਗ ਪਿਆ ਤੇ ਕਈ ਯੁੱਗ ਭਟਕਦਾ ਰਿਹਾ ਪਰ ਉਹਦਾ ਅੰਤ ਹੀ ਨਾ ਆਇਆ।
ਮਤਲਬ ਇਹ ਕਹਾਣੀ ਜੋੜੀ ਗਈ ਹੈ। ਤੇ ਗੁਰੂ ਜੀ ਉਸ ਮਿਥਿਹਾਸਕ ਕਹਾਣੀ ਨੂੰ ਉਸੇ ਤਰ੍ਹਾਂ ਹੀ ਲੈ ਰਹੇ ਨੇ ਤੇ ਕਹਿੰਦੇ ਨੇ ਨਾਭ ਦੀ ਕਮਲ ਦੇ ਵਿੱਚ ਵਸਦਾ ਹੋਇਆ ਬ੍ਰਹਮਾ ਉਹ ਵੀ ਪ੍ਰਭੂ ਦੇ ਗੁਣਾਂ ਦਾ ਅੰਤ ਨਾ ਪਾ ਸਕਿਆ। ਰੱਬ ਦੇ ਗੁਣਾਂ ਦਾ, ਰੱਬ ਦੇ ਸੰਸਾਰ ਦਾ ਅੰਤ ਜਿਹੜਾ ਹੈ ਬ੍ਰਹਮਾ ਨੇ ਵੀ ਨਹੀਂ ਜਾਣਿਆ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੁਰਮੁਖ ਨਾਨਕ ਨਾਮ ਪਛਾਣਿਆ। ਗੁਰਮੁਖ ਦਾ ਮਤਲਬ ਗੁਰੂ ਦੇ ਸਨਮੁਖ ਹੋ ਕੇ, ਨਾਮ ਦਾ ਮਤਲਬ ਪ੍ਰਭੂ ਦੇ ਹੁਕਮ ਨੂੰ, ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਰੱਬੀ ਰਜ਼ਾ ਦੀ ਪਛਾਣ ਆਉਂਦੀ ਹੈ। ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਰੱਬੀ ਰਜ਼ਾ ਦੇ ਅੰਦਰ ਤੁਰਦਾ ਹੈ, ਰੱਬੀ ਰਜ਼ਾ ਨੂੰ ਇੰਪਲੀਮੈਂਟ ਕਰਦਾ ਹੈ, ਉਹਨੂੰ ਫਿਰ ਇਸ ਚੀਜ਼ ਦੀ ਪਹਿਚਾਣ ਆ ਜਾਂਦੀ ਹੈ, ਉਹਨੂੰ ਸਮਝ ਆ ਜਾਂਦੀ ਹੈ ਕਿ ਪੂਰੀ ਦੀ ਪੂਰੀ ਦੁਨੀਆ ਰਜ਼ਾ ਦੇ ਅੰਦਰ ਚੱਲ ਰਹੀ ਹੈ। ਉਹਨੂੰ ਫਿਰ ਸਮਝ ਆ ਜਾਂਦੀ ਹੈ ਕਿ ਰਜ਼ਾ ਦੇ ਅੰਦਰ ਚੱਲਣਾ ਹੀ ਜੀਵਨ ਸਫਲਤਾ ਦਾ ਇੱਕੋ ਇੱਕ ਰਾਜ ਹੈ, ਪ੍ਰਭੂ ਦੀ ਪ੍ਰਸੰਨਤਾ ਦਾ ਰਾਜ ਹੈ, ਜੀਵਨ ਸਫਲਤਾ ਦਾ ਰਾਜ ਹੈ। ਗੁਰੂ ਦੇ ਰਾਹੀਂ, ਗਿਆਨ ਗੁਰੂ ਦੇ ਰਾਹੀਂ ਸਾਨੂੰ ਇਸ ਚੀਜ਼ ਦੀ ਸਮਝ ਪੈਂਦੀ ਹੈ। ਪੌੜੀ ਆਪੇ ਆਪ ਨਿਰੰਜਨਾ ਜਿਨ ਆਪ ਉਪਾਇਆ। ਨਿਰੰਜਨਾ ਦਾ ਮਤਲਬ ਮਾਇਆ ਦੀ ਮੈਲ ਤੋਂ ਰਹਿਤ, ਆਪੇ ਦਾ ਮਤਲਬ ਆਪ ਹੀ, ਜਿਨ ਦਾ ਮਤਲਬ ਜਿਸ ਨੇ, ਆਪ ਦਾ ਮਤਲਬ ਆਪਣੇ ਆਪ ਨੂੰ। ਮਾਇਆ ਰਹਿਤ ਪ੍ਰਭੂ ਆਪ ਹੀ ਜਗਤ ਦਾ ਮੂਲ ਹੈ, ਉਹਨੇ ਆਪਣੇ ਆਪ ਨੂੰ ਜਗਤ ਦੇ ਰੂਪ ਵਿੱਚ ਪ੍ਰਗਟ ਕੀਤਾ ਹੈ। ਦੇਖੋ, ਆਪੇ ਆਪ ਦਾ ਮਤਲਬ ਆਪਣੇ ਆਪ ਨੂੰ, ਆਪ ਹੀ। ਆਪੇ ਆਪ ਨਿਰੰਜਨਾ ਜਿਨ ਆਪ ਉਪਾਇਆ, ਆਪ ਦਾ ਮਤਲਬ ਆਪਣੇ ਆਪ ਨੂੰ, ਆਪ ਦੇ ਪੱਪੇ ਥੱਲੇ ਔਂਕੜ ਹੈ ਨਾ, ਇਹਦਾ ਮਤਲਬ ਆਪਣੇ ਆਪ ਨੂੰ। ਆਪੇ ਆਪ ਦਾ ਮਤਲਬ ਆਪ ਹੀ ਆਪ। ਤਾਂ ਗੁਰੂ ਜੀ ਕਹਿੰਦੇ ਨੇ ਮਾਇਆ ਰਹਿਤ ਪ੍ਰਭੂ ਆਪ ਹੀ ਜਗਤ ਦਾ ਮੂਲ ਹੈ, ਆਪ ਹੀ ਆਪ ਹੈ। ਜਿਨ ਆਪ ਉਪਾਇਆ ਦਾ ਮਤਲਬ ਜਿਸ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਹੈ, ਉਪਾਇਆ ਦਾ ਮਤਲਬ ਪ੍ਰਗਟ ਕੀਤਾ ਹੈ। ਉਹੀ ਨਿਰਾਕਾਰ ਤੋਂ ਸਾਕਾਰ ਹੋਇਆ ਹੈ, ਉਹ ਇੱਕ ਹੀ ਪਸਰਿਆ ਹੋਇਆ ਹੈ, ਇੱਕ ਹੀ ਪ੍ਰਗਟ ਹੋਇਆ ਹੋਇਆ ਹੈ। ਆਪੇ ਖੇਲ ਰਚਾਇਓਨ ਸਭ ਜਗਤ ਸਬਾਇਆ। ਸਬਾਇਆ ਦਾ ਮਤਲਬ ਸਾਰਾ, ਰਚਾਇਓਨ ਦਾ ਮਤਲਬ ਰਚਿਆ ਹੈ। ਇਹ ਸਾਰਾ ਹੀ ਜਗਤ ਤਮਾਸ਼ਾ ਉਸ ਪ੍ਰਭੂ ਨੇ ਆਪ ਰਚਿਆ ਹੈ। ਸਭ ਜਗਤ ਸਬਾਇਆ ਦਾ ਮਤਲਬ ਸਾਰਾ ਜਗਤ ਰੂਪ ਖੇਲ ਜੋ ਹੈ ਇਹ ਪ੍ਰਭੂ ਨੇ ਆਪ ਹੀ ਰਚਿਆ ਹੈ। ਤ੍ਰੈਗੁਣ ਆਪ ਸਿਰਜਨ ਮਾਇਆ ਮੋਹ ਵਧਾਇਆ। ਜੋ ਤ੍ਰੈਗੁਣੀ ਸੰਸਾਰ ਹੈ ਪ੍ਰਭੂ ਨੇ ਆਪ ਹੀ ਸਿਰਜਿਆ ਹੈ, ਜਿਸ ਦੇ ਅੰਦਰ ਰਹਿੰਦਿਆਂ ਜੀਵਾਂ ਨੇ ਮਾਇਆ ਦਾ ਮੋਹ ਵਧਾ ਲਿਆ ਹੈ, ਮਾਇਆ ਦੇ ਮੋਹ ਦੇ ਨਾਲ ਪ੍ਰੀਤ ਪਾ ਲਈ ਹੈ। ਗੁਰ ਪ੍ਰਸਾਦੀ ਉਭਰੇ ਜਿਨ ਭਾਣਾ ਪਾਇਆ। ਜਿਨ੍ਹਾਂ ਨੂੰ ਭਾਣਾ ਪਾਇਆ, ਭਾਣਾ ਪਾਇਆ ਦਾ ਮਤਲਬ ਰੱਬ ਦਾ ਹੁਕਮ ਪਿਆਰਾ ਲੱਗਾ। ਤਾਂ ਇਸ ਤ੍ਰੈਗੁਣੀ ਮਾਇਆ ਦੇ ਮੋਹ ਵਿੱਚੋਂ ਸਿਰਫ ਉਹ ਜੀਵ ਬਚਦੇ ਨੇ ਜਿਨ੍ਹਾਂ ਨੂੰ ਗੁਰੂ ਦੀ ਰਹਿਮਤ ਦੇ ਨਾਲ ਪ੍ਰਭੂ ਦਾ ਭਾਣਾ ਚੰਗਾ ਲੱਗਦਾ ਹੈ, ਰਜ਼ਾ ਮਿੱਠੀ ਲੱਗਦੀ ਹੈ, ਜੋ ਰੱਬੀ ਰਜ਼ਾ ਦੇ ਅੰਦਰ ਤੁਰਦੇ ਨੇ। ਗੁਰੂ ਗਿਆਨ ਦੇ ਰਾਹੀਂ ਜਿਨ੍ਹਾਂ ਨੂੰ ਰੱਬ ਦਾ ਹੁਕਮ ਪਿਆਰਾ ਲੱਗਦਾ ਹੈ, ਜੋ ਰਜ਼ਾ ਭਾਣੇ ਵਿੱਚ ਤੁਰਦੇ ਨੇ, ਉਹ ਜਿਹੜੇ ਨੇ ਮਾਇਆ ਤੋਂ, ਵਿਕਾਰਾਂ ਤੋਂ ਬਚ ਜਾਂਦੇ ਨੇ, ਆਤਮਕ ਮੌਤ ਤੋਂ ਬਚ ਜਾਂਦੇ ਨੇ। ਨਾਨਕ ਸੱਚ ਵਰਤਦਾ ਸਭ ਸੱਚ ਸਮਾਇਆ। ਤਾਂ ਇਹ ਨਾਨਕ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹਰ ਥਾਂ ਮੌਜੂਦ ਹੈ ਤੇ ਸਾਰੀ ਸ੍ਰਿਸ਼ਟੀ ਉਹ ਸਦਾ ਥਿਰ ਵਿੱਚ ਟਿਕੀ ਹੋਈ ਹੈ, ਸਭ ਸੱਚ ਸਮਾਇਆ। ਦੇਖੋ, ਇਹ ਪੰਕਤੀ ਨੂੰ ਧਿਆਨ ਨਾਲ ਪੜੋਗੇ, ਨਾਨਕ ਸੱਚ ਵਰਤਦਾ, ਇੱਥੇ ਸੱਚ ਦੇ ਚੱਚੇ ਥੱਲੇ ਔਂਕੜ ਹੈ, ਯਾਨੀ ਸੱਚ ਇੱਥੇ ਕਰਤਾ ਕਾਰਕ ਇੱਕ ਵਚਨ ਹੈ ਕਿ ਸੱਚ ਵਰਤ ਰਿਹਾ ਹੈ। ਸਭ ਸੱਚ ਸਮਾਇਆ, ਸਭ ਦਾ ਮਤਲਬ ਸਾਰਾ ਕੁਝ, ਸਾਰੀ ਲੁਕਾਈ। ਇੱਥੇ ਸੱਚ ਦੇ ਚੱਚੇ ਨਾਲ ਸਿਹਾਰੀ ਹੈ, ਜਿਹਦਾ ਮਤਲਬ ਸੱਚ ਵਿੱਚ। ਸਮਾਇਆ ਦਾ ਮਤਲਬ ਸਮਾਇਆ ਹੋਇਆ ਹੈ। ਤਾਂ ਗੁਰੂ ਜੀ ਕਹਿੰਦੇ ਨੇ ਸਾਰੇ ਜਗ੍ਹਾ ਦੇ ਉੱਤੇ ਸੱਚ ਪਸਰਿਆ ਹੋਇਆ ਹੈ, ਰੱਬ ਪਸਰਿਆ ਹੋਇਆ ਹੈ ਤੇ ਸਾਰੀ ਕਾਇਨਾਤ ਰੱਬ ਦੇ ਅੰਦਰ ਹੀ ਸਮਾਈ ਹੋਈ ਹੈ, ਰੱਬ ਵਿੱਚ ਟਿਕੀ ਹੋਈ ਹੈ, ਰੱਬ ਤੋਂ ਵੱਖਰੀ ਨਹੀਂ ਹੈ। ਸੱਚ ਦੇ ਅੰਦਰ, ਰੱਬ ਦੇ ਅੰਦਰ ਹੀ ਸਮਾਈ ਹੋਈ ਹੈ। ਸ਼ਲੋਕ ਮਹਿਲਾ ਦੂਜਾ। ਆਪ ਉਪਾਏ ਨਾਨਕਾ ਆਪੇ ਰੱਖੈ ਵੇਕ। ਵੇਕ ਦਾ ਮਤਲਬ ਵੱਖੋ ਵੱਖ। हे ਨਾਨਕ, ਪ੍ਰਭੂ ਆਪ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਇਹਨਾਂ ਨੂੰ ਵੱਖੋ ਵੱਖ ਰੱਖਦਾ ਹੈ। ਵੱਖੋ ਵੱਖ ਰੱਖਣ ਦਾ ਮਤਲਬ ਵੱਖੋ ਵੱਖਰੇ ਸੁਭਾਅ ਵਾਲੇ। ਵੱਖੋ ਵੱਖ ਹੈ ਨਾ ਹਰ ਜੀਵ, ਕਿਸੇ ਦੀ ਸ਼ਕਲ ਦੂਜੇ ਨਾਲ ਨਹੀਂ ਮਿਲਦੀ, ਆਵਾਜ਼ ਦੂਜੇ ਨਾਲ ਨਹੀਂ ਮਿਲਦੀ, ਸੁਭਾਅ ਦੂਜੇ ਨਾਲ ਨਹੀਂ ਮਿਲਦਾ, ਇੱਕ ਰੋਮ ਵੀ ਦੂਜੇ ਰੋਮ ਵਰਗਾ ਨਹੀਂ, ਵੱਖੋ ਵੱਖ।
ਕੋਈ ਕਿਸੇ ਵਰਗਾ ਨਹੀਂ, ਕੋਈ ਨਾ ਕਿਸੇ ਜਿਹਾ ਉਪਾਇਆ। ਹਰ ਇੱਕ ਦੇ ਫਿੰਗਰਪ੍ਰਿੰਟ ਵੱਖਰੇ ਨੇ, ਅੱਖਾਂ ਦੇ ਨਾਲ ਵੇਖਣ ਦਾ ਢੰਗ ਵੱਖਰਾ ਹੈ। ਤਾਂ ਪ੍ਰਭੂ ਨੇ ਆਪ ਸਾਰੇ ਜਗਤ ਨੂੰ ਵੱਖੋ ਵੱਖ ਰੂਪ ਵਿੱਚ ਪੈਦਾ ਕੀਤਾ ਹੈ। ਮੰਦਾ ਕਿਸ ਨੂੰ ਆਖੀਐ, ਜਾਂ ਸਭਨਾ ਸਾਹਿਬ ਏਕ, ਪਰ ਜੀਵਾਂ ਦਾ ਖਸਮ ਆਪ ਇੱਕ ਹੈ। ਇਸ ਲਈ ਮੰਦਾ ਕਿਹਨੂੰ ਕਹੀਏ, ਚੰਗਾ ਕਿਹਨੂੰ ਕਹੀਏ, ਮੰਦਾ ਕਿਹਨੂੰ ਕਹੀਏ। ਅਸੀਂ ਕਿਸੇ ਨੂੰ ਮੰਦਾ ਨਹੀਂ ਕਹਿ ਸਕਦੇ ਕਿ ਉਹ ਮਾੜਾ ਹੈ, ਕਿਉਂਕਿ ਸਾਰਿਆਂ ਨੂੰ ਇੱਕ ਨੇ ਬਣਾਇਆ। ਤਾਂ ਇੱਕ ਘੁਮਿਆਰ ਨੇ ਮਾਨੋ ਘੜੇ ਬਣਾਏ ਨੇ, ਤੇ ਅਸੀਂ ਮੰਦਾ ਥੋੜੀ ਕਹਿ ਸਕਦੇ ਹਾਂ ਕਿ ਇਹ ਘੜਾ ਮੰਦਾ ਹੈ। ਇੱਕੋ ਹੀ ਡਿਜ਼ਾਈਨ ਹੈ, ਇੱਕੋ ਹੀ ਘੁਮਿਆਰ ਨੇ ਬਣਾਏ ਨੇ। ਹੁਣ ਇੱਕ ਕਾਰ ਦਾ ਮਾਡਲ ਹੈ ਤਾਂ ਇੱਕ ਹੀ ਫੈਕਟਰੀ ਦੇ ਵਿੱਚੋਂ ਆਇਆ, ਤਾਂ ਅਸੀਂ ਇਹ ਨਹੀਂ ਕਹਿ ਸਕਦੇ ਨਾ ਇੱਕ ਮਾਡਲ ਦੇ ਵਿੱਚੋਂ ਇਹ ਮਾੜਾ ਚੰਗਾ ਹੈ। ਹਾਂ, ਉਹਦੀ ਵਰਤੋਂ ਕੋਈ ਕਿਵੇਂ ਕਰਦਾ ਹੈ। ਹੁਣ ਘੁਮਿਆਰ ਨੇ ਤੇ ਘੜੇ ਬਣਾਏ, ਤੇ ਇੱਕ ਬੰਦਾ ਹੈ ਉਹਨੇ ਘੜਾ ਲਿਆ ਕੇ ਪਾਣੀ ਦਾ ਭਰਿਆ, ਤੇ ਉਹ ਕਿਤੇ ਸੜਕ ਕਿਨਾਰੇ ਗਲਾਸ ਲੋਟਾ ਲੈ ਕੇ ਬਹਿ ਗਿਆ ਤੇ ਉਹ ਲੋਕਾਂ ਨੂੰ ਪਾਣੀ ਪਿਲਾਉਂਦਾ ਹੈ ਪਿਆ, ਲੋਕਾਂ ਦੀ ਪਿਆਸ ਬੁਝਾ ਰਿਹਾ, ਘੜੇ ਦੀ ਚੰਗੀ ਵਰਤੋਂ ਕੀਤੀ। ਤੇ ਦੂਜਾ ਬੰਦਾ ਹੈ ਉਹਨੇ ਘੁਮਿਆਰ ਤੋਂ ਘੜਾ ਲਿਆਂਦਾ ਤੇ ਉਹਦੇ ਵਿੱਚ ਗੁੜ ਪਾ ਕੇ ਤੇ ਅੱਕ ਦੇ ਸੱਕ ਪਾ ਕੇ ਤੇ ਸ਼ਰਾਬ ਵਾਸਤੇ ਲਾਹਨ ਤਿਆਰ ਕਰ ਲਈ। ਹੁਣ ਘੁਮਿਆਰ ਦਾ ਕੀ ਦੋਸ਼ ਹੈ? ਦੋਸ਼ ਤਾਂ ਵਰਤਣ ਵਾਲੇ ਦਾ ਨਾ, ਘੜੇ ਨੂੰ ਕਿਵੇਂ ਵਰਤੇਗਾ। ਇਸੇ ਤਰ੍ਹਾਂ ਇਹ ਸਰੀਰ ਘੜੇ ਨੇ, ਰੱਬ ਨੇ ਤੇ ਰਚਨਾ ਰਚ ਦਿੱਤੀ। ਹੁਣ ਸਾਡੇ ਤੇ ਡਿਪੈਂਡ ਕਰੇਗਾ ਕਿ ਅਸੀਂ ਸਰੀਰ ਘੜੇ ਨੂੰ ਕਿਵੇਂ ਵਰਤਾਂਗੇ, ਚੰਗੇ ਵਾਸਤੇ ਮੰਦੇ ਵਾਸਤੇ। ਅਸੀਂ ਇਸ ਕਾਇਨਾਤ ਨੂੰ ਕਿਵੇਂ ਵਰਤਣਾ ਹੈ, ਸਾਡੇ ਵਰਤਨ ਤੇ ਡਿਪੈਂਡ ਕਰੇਗਾ। ਸਭਨਾ ਸਾਹਿਬ ਏਕ ਹੈ, ਵੇਖ ਹੈ ਧੰਧੇ ਲਾਏ। ਧੰਧੇ ਲਾਏ ਦਾ ਮਤਲਬ ਧੰਦੇ ਵਿੱਚ ਲਾ ਕੇ। ਸਭ ਜੀਵਾਂ ਦਾ ਖਸਮ ਆਪ ਹੈ, ਤੇ ਧੰਦੇ ਵਿੱਚ ਜੋੜ ਕੇ ਹਰ ਇਨਸਾਨ ਨੂੰ ਵੇਖ ਰਿਹਾ ਹੈ, ਸੰਭਾਲ ਕਰ ਰਿਹਾ ਹੈ। ਯਾਨੀ ਰੱਬੀ ਰਜ਼ਾ ਦੇ ਅੰਦਰ ਹਰ ਜੀਵ ਕਾਰਜਸ਼ੀਲ ਹੈ, ਔਰ ਹਰ ਜਿਹੜਾ ਜੀਵ ਹੈ ਨਾ, ਸਿਸਟਮ ਦੇ ਅੰਦਰ ਪਰਖਿਆ ਜਾ ਰਿਹਾ ਹੈ। ਜੈਸਾ ਕੋਈ ਕਰਮ ਕਰੇਗਾ ਵੈਸਾ ਉਹਨੂੰ ਫਲ ਮਿਲੀ ਜਾਏਗਾ। ਨਿੱਕੀਆਂ ਨਿੱਕੀਆਂ ਕੀੜੀਆਂ ਕਿਵੇਂ ਆਪਣੇ ਖਾਣ ਪਾਣ ਵਾਸਤੇ ਸਮਾਨ ਜਿਹੜੀਆਂ ਨੇ ਖੁੱਡਾਂ ਦੇ ਵਿੱਚ ਇਕੱਠਾ ਕਰਦੀਆਂ ਨੇ, ਲੱਗੇ ਨੇ ਨਾ ਧੰਦੇ ਵਿੱਚ, ਹਰ ਜੀਵ ਲੱਗਾ ਹੀ, ਉਹਨੂੰ ਕਰਨਾ ਹੀ ਪੈਣਾ ਹੈ। ਤੇ ਸਿਸਟਮ ਦੇ ਅੰਦਰ ਹੈ ਸਾਰਾ ਕੁਝ, ਉਹਨਾਂ ਨੂੰ ਵੇਖਿਆ ਜਾ ਰਿਹਾ ਹੈ, ਪਰਖਿਆ ਜਾ ਰਿਹਾ ਹੈ। ਕਿਵੇਂ ਪਰਖਿਆ ਜਾ ਰਿਹਾ ਹੈ, ਵੇਖਿਆ ਜਾ ਰਿਹਾ ਹੈ ਕਿ ਜਿਵੇਂ ਕਿਸੇ ਨੇ ਕਣਕ ਬੀਜੀ ਹੈ ਤਾਂ ਸਿਸਟਮ ਦੇ ਅੰਦਰ ਵੇਖਿਆ ਗਿਆ ਹੈ, ਉਹ ਸਿਸਟਮ ਨੇ ਸਮਝ ਲਿਆ ਹੈ ਕਿ ਕਣਕ ਬੀਜੀ ਹੈ ਤੇ ਪੈਲੀ ਦੇ ਵਿੱਚੋਂ ਕਣਕ ਹੀ ਉਗ ਪੈਂਦੀ ਹੈ। ਕਿੱਕਰ ਬੀਜਦਾ ਕਿੱਕਰ ਉਗ ਪੈਂਦਾ ਹੈ। ਤਾਂ ਸਿਸਟਮ ਦੇ ਅੰਦਰ ਸਾਰੇ ਵੇਖੇ ਜਾ ਰਹੇ ਨੇ। ਕਿਸੇ ਥੋੜਾ ਕਿਸੇ ਅਗਲਾ, ਖਾਲੀ ਕੋਈ ਨਾ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕੋਈ ਜੀਵ ਮਾਇਆ ਦੇ ਧੰਦੇ ਤੋਂ ਬਚਿਆ ਨਹੀਂ, ਕਿਸੇ ਨੂੰ ਥੋੜਾ ਤੇ ਕਿਸੇ ਨੂੰ ਧੰਦਾ ਬਹੁਤਾ ਚੰਬੜਿਆ ਹੋਇਆ ਹੈ। ਆਮ ਜੋ ਬੰਦੇ ਨੇ, ਕੋਈ ਵਿਕਾਰਾਂ ਵਿੱਚ ਘੱਟ ਖਚਤ ਹੈ, ਕੋਈ ਜ਼ਿਆਦਾ ਖਚਤ ਹੈ। ਇਸੇ ਤਰ੍ਹਾਂ ਕੁਝ ਲੋਕ ਸੱਚ ਦੇ ਨਾਲ ਵੀ ਜੁੜੇ ਨੇ, ਕਿਸੇ ਥੋੜਾ ਕਿਸੇ ਅਗਲਾ, ਖਾਲੀ ਕੋਈ ਨਾ ਹੈ। ਕੋਈ ਵੀ ਖਾਲੀ ਨਹੀਂ ਹੈ, ਹਰ ਇੱਕ ਦੇ ਕੋਲ ਕੁਝ ਹੈ। ਔਰ ਜੇ ਅਸੀਂ ਕਿਰਪਾ ਦੀ ਗੱਲ ਕਰੀਏ ਕਿ ਕਿਰਪਾ ਥੋੜੀ ਔਰ ਬਹੁਤੀ ਕਿਉਂ ਹੈ, ਤਾਂ ਉਹਦਾ ਰੀਜ਼ਨ ਰੱਬ ਨਹੀਂ ਹੈ। ਉਹਦਾ ਰੀਜ਼ਨ, ਤੁਸੀਂ ਸਮੁੰਦਰ ਤੇ ਜਾਓ ਤੇ ਇੱਕ ਬੰਦੇ ਕੋਲ ਛੋਟੀ ਜੀ ਕੌਲੀ ਹੈ, ਇੱਕ ਕੋਲ ਵੱਡਾ ਡੋਲੂ ਹੈ, ਇੱਕ ਕੋਲ ਡਰਮ ਹੈ, ਇੱਕ ਕੋਲ ਟੈਂਕਰ ਹੈ, ਤੇ ਉਹ ਸਾਰੇ ਪਾਣੀ ਭਰ ਕੇ ਪਰਤ ਰਹੇ ਨੇ। ਤਾਂ ਸਮੁੰਦਰ ਪਾਣੀ ਕਿਹਨੂੰ ਜ਼ਿਆਦਾ ਦੇਗਾ, ਕਿਹਨੂੰ ਘੱਟ? ਹੁਣ ਕੌਲੀ ਵਾਲਾ ਕਹੇ ਮੈਨੂੰ ਤੇ ਇੰਨਾ ਕੁ ਪਾਣੀ ਦਿੱਤਾ ਉਹਨੇ, ਸਮੁੰਦਰ ਨੇ ਮਨਾ ਥੋੜੀ ਕੀਤਾ ਸੀ, ਤੂੰ ਲੈ ਕੇ ਕੌਲੀ ਗਿਆ ਹੈ। ਦੂਜੇ ਨੇ ਕਿਹਾ ਮੈਨੂੰ ਤੇ ਸਿਰਫ ਡੋਲੂ ਹੀ ਦਿੱਤਾ ਹੈ, ਤੈਨੂੰ ਡਰਮ, ਉਹ ਤੂੰ ਲੈ ਕੇ ਡੋਲੂ ਗਿਆ ਹੈ, ਇਸ ਕਰਕੇ ਤੈਨੂੰ ਡੋਲੂ ਜਿੰਨਾ ਮਿਲੇਗਾ ਨਾ, ਜਿੰਨਾ ਮਰਜ਼ੀ ਭਰ ਲਿਆ। ਇਹ ਸੰਸਾਰ ਦੇ ਅੰਦਰ ਅਨੰਤ ਗਿਆਨ ਹੈ, ਅਨੰਤ ਸੁੱਖ ਨੇ, ਅਨੰਤ ਗੁਣ ਨੇ। ਸਾਡਾ ਬਰਤਨ ਕਿੰਨਾ ਕੁ ਹੈ, ਸਾਡੀ ਯੋਗਤਾ ਕਿੰਨੀ ਕੁ ਹੈ, ਅਸੀਂ ਕਿੰਨੀ ਕੁ ਰਿਕੁਆਇਰਮੈਂਟ ਪੂਰੀ ਕਰਦੇ ਹਾਂ। ਜਿੰਨੀ ਕੋਈ ਰਿਕੁਆਇਰਮੈਂਟ ਪੂਰੀ ਕਰੇਗਾ ਉਹਨਾਂ ਕੁ ਮਿਲ ਜਾਏਗਾ। ਰਿਕੁਆਇਰਮੈਂਟ ਦਾ ਬਰਤਨ ਕਿੰਨਾ ਕੁ? ਤਾਂ ਗੁਰੂ ਜੀ ਕਹਿੰਦੇ ਨੇ ਖਾਲੀ ਕੋਈ ਨਹੀਂ ਹੈ। ਆਵਹਿ ਨੰਗੇ ਜਾਹੇ ਨੰਗੇ, ਵਿੱਚੇ ਕਰਹਿ ਵਿਥਾਰ। ਵਿਥਾਰ ਦਾ ਮਤਲਬ ਅਡੰਬਰ, ਆਵੇਂ ਦਾ ਮਤਲਬ ਆਉਂਦੇ ਨੇ, ਵਿੱਚੇ ਦਾ ਮਤਲਬ ਨੰਗੇ ਆਉਣ ਤੇ ਨੰਗੇ ਜਾਣ ਦੇ ਵਿਚਲੇ ਹਿੱਸੇ ਵਿੱਚ। ਆਵੇਂ ਨੰਗੇ, ਜਦੋਂ ਜਨਮ ਲਿਆ ਉਦੋਂ ਵੀ ਨੰਗੇ, ਤੇ ਜਦੋਂ ਅਸੀਂ ਜਾਣਾ ਹੈ ਉਦੋਂ ਵੀ ਨੰਗੇ, ਕੱਪੜੇ ਵਗੈਰਾ ਸੜ ਜਾਣੇ ਨੇ। ਤੇ ਆਏ ਵੀ ਨੰਗੇ, ਗਏ ਵੀ ਨੰਗੇ, ਪਰ ਵਿੱਚ ਜਿਹੜਾ ਟਾਈਮ ਮਿਲਿਆ, ਉਹ ਨੰਗਿਆਂ ਦੇ ਵਿਚਕਾਰ ਜਿਹੜਾ ਟਾਈਮ ਮਿਲਿਆ, ਯਾਨੀ ਜਨਮ ਔਰ ਮਰਨ ਦੇ ਵਿਚਕਾਰ ਜੋ ਟਾਈਮ ਮਿਲਿਆ, ਜੀਵਨ। ਵਿਥਾਰ ਦਾ ਮਤਲਬ ਵਿਸਥਾਰ, ਖਲਾਰੇ। ਜੀਵ ਜਗਤ ਵਿੱਚ ਖਾਲੀ ਹੱਥ ਆਉਂਦੇ ਨੇ, ਖਾਲੀ ਹੱਥ ਤੁਰ ਜਾਂਦੇ ਨੇ, ਪਰ ਇਹ ਵੇਖ ਕੇ ਵੀ ਮਾਇਆ ਦੇ ਖਲਾਰੇ ਖਿਲਾਰੀ ਜਾਂਦੇ ਨੇ। ਪਤਾ ਹੈ ਵੀ ਬੰਦਾ ਆਉਂਦਾ ਹੈ ਤੇ ਖਾਲੀ ਹੱਥੀ ਆਉਂਦਾ ਹੈ,
ਜਾਂਦਾ ਹੈ, ਸਾਰਾ ਕੁਛ ਇੱਥੇ ਹੀ ਛੱਡ ਦਿੰਦਾ ਹੈ, ਖਾਲੀ ਹੱਥੀ ਮਰ ਜਾਂਦਾ ਹੈ। ਇਹ ਕੁਛ ਵੇਖਦਾ ਹੋਇਆ ਵੀ ਬੰਦਾ ਲੱਭ ਲੋਭ ਲਾਲਚ ਦੇ ਅੰਦਰ ਫਸਿਆ ਰਹਿੰਦਾ ਹੈ, ਵਿਕਾਰ ਕਮਾਈ ਜਾਂਦਾ ਹੈ, ਪਾਪ ਅਪਰਾਧ ਕਮਾਈ ਜਾਂਦਾ ਹੈ, ਜਾਣਦਾ ਬੁੱਝਦਾ। ਨਾਨਕ ਹੁਕਮ ਨਾ ਜਾਣੀਐ ਅੱਗੇ ਕਾਈ ਕਾਰ। ਕਾਈ ਦਾ ਮਤਲਬ ਕਿਹੜੀ, ਅੱਗੇ ਦਾ ਮਤਲਬ ਆਉਣ ਵਾਲੇ ਸਮੇਂ 'ਚ। ਤਾਂ ਗੁਰੂ ਜੀ ਕਹਿੰਦੇ ਨੇ ਜਿਹੜੇ ਬੰਦੇ ਅੱਗੇ ਕਿਹੜੀ ਕਾਰ ਮਿਲੇਗੀ, ਜਿਨ੍ਹਾਂ ਨੇ ਪ੍ਰਭੂ ਦੇ ਹੁਕਮ ਨੂੰ ਨਹੀਂ ਪਛਾਣਿਆ, ਅੱਗੇ ਕਾਈ ਕਾਰ, ਉਹਨਾਂ ਨੂੰ ਅੱਗੇ ਕਿਹੜੀ ਕਾਰ ਮਿਲੇਗੀ। ਮੰਨ ਲਓ ਹੁਣ ਤੱਕ ਜੋ ਮੈਂ ਜ਼ਿੰਦਗੀ ਜੀਵੀ ਹੈ, ਮੈਂ ਹੁਕਮ ਨੂੰ ਨਹੀਂ ਸਮਝਿਆ, ਸਿਸਟਮ ਨੂੰ ਨਹੀਂ ਸਮਝਿਆ, ਤੇ ਸਿਸਟਮ ਤੋਂ ਉਲਟ ਮੈਂ ਜ਼ਿੰਦਗੀ ਜੀਂਦਾ ਰਿਹਾ ਵਿਸ਼ੇ ਵਿਕਾਰਾਂ ਵਿੱਚ। ਅੱਗੇ ਕਾਈ ਕਾਰ, ਤੇ ਅੱਗੇ ਮੈਨੂੰ ਕਿਹੜੀ ਕਾਰ ਮਿਲੇਗੀ, ਅੱਗੇ ਵੀ ਮੈਂ ਹੀ ਕਰੀ ਜਾਵਾਂਗਾ, ਕਿਉਂਕਿ ਮੈਂ ਬਦਲ ਨਹੀਂ ਨਾ ਰਿਹਾ, ਮੈਂ ਹੁਕਮ ਨੂੰ ਸਮਝ ਨਹੀਂ ਰਿਹਾ। ਤਾਂ ਜਿਹੜਾ ਇਨਸਾਨ ਹੁਕਮ ਨੂੰ ਨਹੀਂ ਸਮਝਦਾ, ਉਹ ਫਿਰ ਆਉਣ ਵਾਲੇ ਸਮੇਂ 'ਚ, ਅੱਗੇ ਦਾ ਮਤਲਬ ਆਉਣ ਵਾਲੇ ਫਿਊਚਰ ਦੇ ਅੰਦਰ ਵੀ ਉਹਨੂੰ ਕੋਈ ਕੰਮ ਚੱਜ ਦਾ ਮਿਲਣ ਵਾਲਾ ਨਹੀਂ ਹੈ, ਮਤਲਬ ਉਹਦੀ ਚੰਗੀ ਜ਼ਿੰਦਗੀ ਸੁਧਰਨ ਵਾਲੀ ਨਹੀਂ ਹੈ, ਜਿਹਨੇ ਹੁਕਮ ਨੂੰ ਨਹੀਂ ਪਛਾਣਿਆ। ਜਿਹੜਾ ਚੰਗੇ ਜੀਵਨ ਦੀ ਰਿਕੁਆਇਰਮੈਂਟ ਨੂੰ ਨਹੀਂ ਪਛਾਣਦਾ ਕਿ ਸ਼ਾਂਤੀ ਕਿਵੇਂ ਮਿਲੇਗੀ, ਉਹਦੇ ਵਾਸਤੇ ਰਿਕੁਆਇਰਮੈਂਟ ਕੀ ਹੈ, ਰੱਬੀ ਹੁਕਮ ਕੀ ਹੈ, ਚੰਗੇ ਜੀਵਨ ਦਾ ਵੇ ਆਫ ਲਾਈਫ ਕੀ ਹੈ, ਜਿਹੜਾ ਇਹਨੂੰ ਨਹੀਂ ਪਛਾਣਦਾ ਉਹਨੂੰ ਅੱਗੇ ਵੀ ਕੋਈ ਕਾਰ ਨਹੀਂ ਮਿਲੇਗੀ, ਮਤਲਬ ਕਿ ਉਹਦੇ ਜੀਵਨ ਵਿੱਚ ਅੱਗੇ ਵੀ ਸ਼ਾਂਤੀ ਨਹੀਂ ਆਏਗੀ। ਮਹਿਲਾ ਪਹਿਲਾ, ਜਿਨਸ ਥਾਪ ਜੀਆਂ ਕੋ ਭੇਜੈ, ਜਿਨਸ ਥਾਪ ਲੈ ਜਾਵੇ। ਜਿਨਸ ਥਾਪ, ਜਿਨਸ ਥਾਪ ਦਾ ਮਤਲਬ ਜਿਨਸ ਦੇ ਸਰੀਰ ਬਣਾ ਕੇ, ਭਾਂਤ ਭਾਂਤ ਦੇ ਸਰੀਰ ਰਚ ਕੇ। ਜਿਨਸ ਥਾਪ ਦਾ ਮਤਲਬ ਅਨੇਕਾਂ ਕਿਸਮਾਂ ਦੇ ਸਰੀਰ ਥਾਪ ਕੇ, ਲੈ ਜਾਵੇ ਦਾ ਮਤਲਬ ਲੈ ਜਾਂਦਾ ਹੈ। ਭਾਂਤ ਭਾਂਤ ਦੇ ਸਰੀਰ ਬਣਾ ਕੇ ਪ੍ਰਭੂ ਆਪ ਹੀ ਇਸ ਸੰਸਾਰ ਵਿੱਚ ਜਨਮ ਦਿੰਦਾ ਹੈ ਤੇ ਆਪ ਹੀ ਲੈ ਜਾਂਦਾ ਹੈ। ਭਾਵ ਕਿ ਹੁਕਮ ਦੇ ਅੰਦਰ ਅਨੇਕਾਂ ਕਿਸਮਾਂ ਦੇ ਸਰੀਰ ਪੈਦਾ ਹੁੰਦੇ ਨੇ ਤੇ ਹੁਕਮ ਦੇ ਅੰਦਰ ਹੀ ਖਤਮ ਹੋ ਜਾਂਦੇ ਨੇ। ਆਪੇ ਥਾਪ ਉਥਾਪੈ ਆਪੇ, ਏਤੇ ਵੇਸ਼ ਕਰਾਵੇ। ਉਥਾਪੇ ਦਾ ਮਤਲਬ ਉਖਾੜਦਾ ਹੈ, ਨਾਸ ਕਰਦਾ ਹੈ। ਏਤੇ ਦਾ ਮਤਲਬ ਇੰਨੇ ਕਿਸਮਾਂ ਦੇ, ਥਾਪ ਦਾ ਮਤਲਬ ਬਣਾ ਕੇ। ਆਪ ਹੀ ਪ੍ਰਭੂ ਪੈਦਾ ਕਰਦਾ ਹੈ ਤੇ ਆਪ ਹੀ ਨਾਸ ਕਰਦਾ ਹੈ। ਇਹ ਕਈ ਕਿਸਮਾਂ ਦੇ ਜੀਵ ਆਪ ਹੀ ਬਣਾਉਂਦਾ ਹੈ, ਮਤਲਬ ਕਿ ਰੱਬੀ ਰਜ਼ਾ ਦੇ ਵਿੱਚ ਹੀ ਕਈ ਕਿਸਮਾਂ ਦੇ ਜੀਵ ਪੈਦਾ ਹੋ ਰਹੇ ਨੇ, ਰੱਬੀ ਹੁਕਮ ਦੇ ਅੰਦਰ ਹੀ ਜੀਵ ਇਸ ਸੰਸਾਰ ਤੋਂ ਚੱਲਦੇ ਬਣਦੇ ਨੇ, ਯਾਨੀ ਹੁਕਮ ਦੇ ਵਿੱਚ ਹੀ ਜੀਵਨ ਔਰ ਮੌਤ ਹੈ। ਜੇਤੇ ਜੀ ਫਿਰੈ ਉਹ ਧੂਤੀ, ਆਪੇ ਭਿਖਿਆ ਪਾਵੇ। ਜੇਤੇ ਜੀ ਦਾ ਮਤਲਬ ਜਿੰਨੇ ਵੀ ਜੀਵ, ਉਹ ਧੂਤੀ ਦਾ ਮਤਲਬ ਮੰਗਤੇ। ਇਹ ਸਾਰੇ ਜੀਵ ਜੋ ਜਗਤ ਵਿੱਚ ਤੁਰੇ ਫਿਰਦੇ ਨੇ, ਇਹ ਸਾਰੇ ਮਾਨੋ ਪ੍ਰਭੂ ਦੇ ਦਰ ਦੇ ਮੰਗਤੇ ਨੇ ਤੇ ਪ੍ਰਭੂ ਆਪ ਹੀ ਭਿਖਿਆ ਪਾ ਰਿਹਾ ਹੈ। ਹੁਣ ਪ੍ਰਭੂ ਦੇ ਦਰ ਦੇ ਮੰਗਤੇ ਕਿਵੇਂ ਆ ਕਿ ਜੋ ਵੀ ਅਸੀਂ ਮੰਗਣਾ ਹੈ, ਜੋ ਵੀ ਅਸੀਂ ਲੈਣਾ ਹੈ, ਇਸ ਜਗਤ ਵਿੱਚੋਂ ਹੀ ਲੈਣਾ ਹੈ। ਜੋ ਵੀ ਮਿਲਿਆ ਹੈ ਇਸ ਜਗਤ ਵਿੱਚੋਂ ਹੀ ਮਿਲਿਆ ਹੈ। ਧੀਆਂ ਪੁੱਤਰ ਭੈਣ ਭਰਾ, ਜ਼ਮੀਨ ਜਾਇਦਾਦ, ਧਨ ਦੌਲਤ, ਜੋ ਵੀ ਲੈ ਰਿਹਾ ਇੱਥੋਂ ਹੀ ਲੈ ਰਿਹਾ, ਪ੍ਰਭੂ ਦੇ ਹੁਕਮ ਤੋਂ ਹੀ ਲੈ ਰਿਹਾ। ਇਸੇ ਨੂੰ ਕਹਿੰਦੇ ਨੇ ਪ੍ਰਭੂ ਦੇ ਮੰਗਤੇ। ਤੇ ਪ੍ਰਭੂ ਆਪ ਹੀ ਦੇ ਰਿਹਾ ਹੈ, ਐਸੇ ਜਗਤ ਵਿੱਚ ਸਿਸਟਮ ਦੇ ਅੰਦਰ ਹੀ ਸਾਰਾ ਕੁਝ ਮਿਲ ਰਿਹਾ ਹੈ। ਯਾਨੀ ਸਾਰੇ ਜੀਵ ਪ੍ਰਭੂ ਦੇ ਦਰ ਤੋਂ ਹੀ ਹਰ ਸ਼ੈ ਪ੍ਰਾਪਤ ਕਰਦੇ ਨੇ ਤੇ ਪ੍ਰਭੂ ਆਪ ਹੀ ਦਿੰਦਾ ਹੈ, ਹੋਰ ਕੋਈ ਦਾਤਾ ਨਹੀਂ ਹੈ। ਲੇਖੈ ਬੋਲਣ ਲੇਖੈ ਚੱਲਣ, ਕਾਇਤ ਕੀਚਹਿ ਦਾਵੇ। ਲੇਖੇ ਦਾ ਮਤਲਬ ਲੇਖੇ ਵਿੱਚ, ਗਿਣੇ ਮਿਥੇ ਸਮੇਂ ਲਈ। ਕਾਇਤ ਦਾ ਮਤਲਬ ਕਿਉਂ, ਕਾਦੇ ਲਈ। ਕੀਚੇ ਦਾ ਮਤਲਬ ਕੀਤੇ ਜਾਣ, ਮੱਲਾਂ ਮਾਰੀਆਂ ਜਾਣ। ਤਾਂ ਹਰੇਕ ਜੀਵ ਦਾ ਬੋਲਣਾ ਚੱਲਣਾ ਗਿਣੇ ਮਿਥੇ ਸਮੇਂ ਲਈ ਇਹ ਲੇਖੇ ਵਿੱਚ ਹੈ। ਲੇਖੇ ਦਾ ਮਤਲਬ ਗਿਣਤੀ ਮਿੰਤੀ ਵਿੱਚ। ਜਿਵੇਂ ਹੁਣ ਮੈਂ ਹਾਂ ਤਾਂ ਜਿਸ ਦਿਨ ਮੈਂ ਮਰਾਂਗਾ ਤਾਂ ਮੇਰੀ ਗਿਣਤੀ ਲੇਖੇ ਵਿੱਚ ਹੈ ਕਿ ਇਸ ਦਿਨ ਜੰਮਿਆ ਸੀ, ਇਸ ਦਿਨ ਮਰਿਆ ਹੈ, ਇੰਨੇ ਸਾਲ, ਇੰਨੇ ਮਹੀਨੇ, ਇੰਨੇ ਦਿਨ, ਇੰਨੀਆਂ ਘੜੀਆਂ, ਇੰਨੇ ਪਲ ਇਹ ਬੰਦਾ ਜੀਵਿਆ। ਇੰਨੇ ਸਾਲ, ਇੰਨੇ ਦਿਨ, ਇੰਨੇ ਮਹੀਨੇ ਇਹ ਬੋਲਿਆ, ਇੰਨੇ ਸਾਲ, ਇੰਨੇ ਦਿਨ ਇਹਨੇ ਸੁਣਿਆ। ਮਤਲਬ ਸਾਰਾ ਕੁਝ ਲੇਖੇ ਵਿੱਚ ਨਾ, ਲੇਖੇ ਤੋਂ ਬਾਹਰ ਨਹੀਂ ਹੈ। ਕਾਇਤ ਕੀਚੇ ਦਾਵੇ, ਤਾਂ ਫਿਰ ਮੱਲਾਂ ਮੱਲੀ ਕਿਉਂ ਮਾਰੀਆਂ ਜਾਣ, ਦਾਅਵੇ ਕਿਉਂ ਕੀਤੇ ਜਾਣ ਸਦਾ ਰਹਿਣ ਦੇ ਕਿ ਮੈਂ ਸਦਾ ਰਹਿਣਾ ਹੈ। ਦਾਅਵੇ ਕਿਉਂ ਕੀਤੇ ਜਾਣ, ਇੱਕ ਦੂਜੇ ਦੇ ਨਾਲ ਧੱਕਾ ਕਿਉਂ ਕੀਤਾ ਜਾਏ, ਜਦੋਂ ਕਿ ਲੇਖੇ ਵਿੱਚ ਹੈ ਚੰਦ ਦਿਨ ਦੀ ਗਿਣਤੀ ਹੈ, ਚੰਦ ਦਿਨ ਦੀ ਗਿਣਤੀ ਮਿੰਤੀ ਦੀ ਜ਼ਿੰਦਗੀ ਹੈ। ਤਾਂ ਇਹਦੇ ਵਿੱਚ ਕਿਉਂ ਮੱਲਾਂ ਮਾਰੀਆਂ ਜਾਣ, ਕਿਉਂ ਵੈਰ ਵਿਰੋਧ ਈਰਖਾ ਦਵੇਸ਼ ਕਮਾਈ ਜਾਏ। ਦੂਜੀ ਗੱਲ ਕਿ ਸਾਰਾ ਕੁਝ ਲੇਖੇ ਵਿੱਚ ਹੈ, ਵੇਖਣਾ ਵੀ, ਬੋਲਣਾ ਵੀ, ਚੱਲਣਾ ਵੀ। ਜਿਵੇਂ ਦੇ ਮੈਂ ਬੋਲਾਂਗਾ, ਮੈਨੂੰ ਉਹਨਾਂ ਬੋਲਾਂ ਦਾ ਰਿਜ਼ਲਟ ਭੁਗਤਣਾ ਪੈਣਾ ਹੈ।
ਤੇ ਮੈਂ ਕਿਉਂ ਦਾਅਵੇ ਕਰਾਂ ਕਿ ਮੈਨੂੰ ਬੋਲਣ ਦਾ ਰਿਜ਼ਲਟ ਨਹੀਂ ਭੁਗਤਣਾ ਪੈਣਾ। ਜੋ ਮੈਂ ਸੁਣਨਾ ਹੈ ਉਹਦਾ ਰਿਜ਼ਲਟ ਭੁਗਤਣਾ ਪੈਣਾ ਹੈ। ਮੇਰੇ ਅੰਦਰ ਉਹ ਸੰਸਕਾਰ ਪੈਦਾ ਹੋ ਜਾਣੇ ਨੇ, ਜਿਨ੍ਹਾਂ ਰਾਹਾਂ ਤੇ ਮੈਂ ਚੱਲਾਂਗਾ ਉਹਨਾਂ ਰਾਹਾਂ ਦੇ ਉੱਤੇ ਚੱਲਣ ਦਾ ਨਤੀਜਾ ਭੁਗਤਣਾ ਪੈਣਾ, ਤਾਂ ਕਿ ਅਸੀਂ ਦਾਅਵਾ ਕਰ ਸਕਦੇ ਹਾਂ ਕਿ ਸਾਨੂੰ ਇਹਨਾਂ ਦਾ ਨਤੀਜਾ ਨਹੀਂ ਭੁਗਤਣਾ ਪਵੇਗਾ। ਤਾਂ ਇਸ ਲਈ ਸਾਨੂੰ ਹੁਕਮ ਰਜ਼ਾ ਦੇ ਅੰਦਰ ਚੱਲਣਾ ਚਾਹੀਦਾ ਹੈ। ਚੰਦ ਦਿਨ ਦਾ ਜੀਵਨ ਹੈ, ਚੰਗੇ ਢੰਗ ਨਾਲ ਗੁਜ਼ਾਰਨਾ ਚਾਹੀਦਾ ਹੈ। ਮੂਲ ਮਤ ਪਰਵਾਣਾ ਇਹੋ ਨਾਨਕ ਆਖ ਸੁਣਾਏ। ਮੂਲ ਦਾ ਮਤਲਬ ਜੜ ਯਾਨੀ ਤੱਤ। ਮੂਲ ਮਤ ਦਾ ਮਤਲਬ ਮਤ ਦਾ ਮੂਲ। ਪਰਵਾਣਾ ਦਾ ਮਤਲਬ ਮੰਨਿਆ ਪਰਮੰਨਿਆ। ਅਸਲ ਮਤ ਜੋ ਪ੍ਰਵਾਨ ਹੈ। ਨਾਨਕ ਆਖ ਸੁਣਾਏ ਦਾ ਮਤਲਬ ਗੁਰੂ ਜੀ ਆਖ ਕੇ ਸੁਣਾ ਰਹੇ ਨੇ। ਤਾਂ ਨਾਨਕ ਆਖ ਕੇ ਸੁਣਾਉਂਦਾ ਹੈ ਕਿ ਅਕਲ ਦੀ ਮੰਨੀ ਪਰਮੰਨੀ ਸਿਰੇ ਦੀ ਗੱਲ ਹੈ। ਅਕਲ ਦੀ ਮੰਨੀ ਪਰਮੰਨੀ ਸਿਰੇ ਦੀ ਗੱਲ ਹੈ, ਮਤਲਬ ਦੁਨੀਆ ਦੀ ਸਭ ਤੋਂ ਸਿਆਣੀ ਗੱਲ ਕੀ ਹੈ। ਉਹ ਸਿਆਣੀ ਗੱਲ ਦੱਸ ਰਹੇ ਨੇ, ਕਰਨੀ ਉੱਪਰ ਹੋਏ ਤਪਾਵਸ ਜੇ ਕੋ ਕਹਿ ਕਹਾਏ। ਕਰਨੀ ਦਾ ਮਤਲਬ ਅਮਲੀ ਜ਼ਿੰਦਗੀ, ਕੀਤੇ ਹੋਏ ਕਰਮ। ਤਪਾਵਸ ਦਾ ਮਤਲਬ ਨਿਆਂ, ਨਵੇੜਾ। ਭਾਵੇਂ ਹੋਰ ਜੋ ਕੋਈ ਵੀ ਆਖੀ ਜਾਏ, ਪਿਆ ਆਖੇ, ਦਾਅਵੇ ਕਰੀ ਜਾਏ ਬੇਸ਼ੱਕ ਕਿ ਮੈਂ ਚੰਗਾ ਹਾਂ, ਮੈਂ ਧਰਮੀ ਹਾਂ, ਫਲਾਂ ਢੀਂਗ, ਜਿੰਨੇ ਮਰਜ਼ੀ ਦਾਅਵੇ ਕਰੀ ਜਾਏ, ਪਰ ਗੁਰੂ ਜੀ ਕਹਿੰਦੇ ਨੇ ਹਰੇਕ ਦੇ ਆਪਣੇ ਕੀਤੇ ਕਰਮਾਂ ਅਨੁਸਾਰ ਨਵੇੜਾ ਹੁੰਦਾ ਹੈ। ਜੋ ਅਸੀਂ ਕਰਦੇ ਹਾਂ, ਜੋ ਅਸੀਂ ਸੋਚਦੇ ਹਾਂ, ਜੋ ਅਸੀਂ ਬੋਲਦੇ ਹਾਂ, ਉਹਨਾਂ ਮੁਤਾਬਕ ਨਿਆਂ ਹੁੰਦਾ ਹੈ, ਔਰ ਉਹ ਨਿਆਂ ਬਿਲਕੁਲ ਵੈਸਾ ਹੀ ਹੁੰਦਾ ਹੈ। ਦੇਖੋ, ਇਹਨਾਂ ਚੀਜ਼ਾਂ ਨੂੰ ਛੋਟੀਆਂ ਛੋਟੀਆਂ ਮਿਸਾਲਾਂ ਦੇ ਨਾਲ ਸਮਝ ਲਓ। ਹੁਣ ਇੱਕ ਬੰਦੇ ਨੇ ਹਿਸਟਰੀ ਪੜ੍ਹੀ, ਉਹਨੇ ਹਿਸਟਰੀ ਵਿੱਚ PhD ਕੀਤੀ, ਤਾਂ ਉਹ ਬੰਦਾ ਹਿਸਟੋਰੀਅਨ ਬਣੇਗਾ, ਇਤਿਹਾਸਕਾਰ ਬਣ ਗਿਆ। ਉਹ ਅੱਖਾਂ ਦਾ ਡਾਕਟਰ ਨਹੀਂ ਬਣ ਸਕਦਾ। ਕੋਈ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਹਿਸਟਰੀ ਪੜ੍ਹ ਕੇ ਤੇ ਅੱਖਾਂ ਦੇ ਜਾਂ ਦਿਲ ਦੇ ਆਪਰੇਸ਼ਨ ਕਰਾਂ। ਉਹ ਦਾਅਵਾ ਕਰੀ ਜਾਏ ਲੇਕਿਨ ਨਹੀਂ ਕਰ ਪਾਏਗਾ, ਕਿਉਂਕਿ ਉਹਦਾ ਕਰਮ ਹੈ ਨਾ, ਉਹਨੇ ਉਹ ਚੀਜ਼ ਕੀਤੀ ਹੈ, ਪੜ੍ਹਿਆ ਹੈ, ਉਸ ਵਿੱਚ ਵਰਕ ਕੀਤਾ ਹੈ, ਉਸਨੇ ਹਿਸਟੋਰੀਅਨ। ਤਾਂ ਜੇ ਕੋਈ ਆਈ ਸਪੈਸ਼ਲਿਸਟ ਹੈ, ਜੇ ਉਹਨੇ ਇਹ ਕੋਰਸ ਕੀਤਾ ਹੈ, ਡਾਕਟਰੀ ਕੀਤੀ ਹੈ, ਸਿੱਖਿਆ ਹੈ, ਪੜ੍ਹਿਆ ਹੈ, ਜੋ ਵੀ, ਤਾਂ ਉਹ ਆਈ ਸਪੈਸ਼ਲਿਸਟ ਬਣ ਗਿਆ ਨਾ। ਤਾਂ ਉਹ ਆਈ ਸਪੈਸ਼ਲਿਸਟ ਬਣ ਕੇ ਜੇ ਉਹ ਇੰਜੀਨੀਅਰ ਦਾ ਕੰਮ ਕਰਨਾ ਚਾਹੇ ਤੇ ਨਹੀਂ ਕਰ ਪਾਏਗਾ ਨਾ। ਯਾਨੀ ਕਰਮਾਂ ਦੇ ਉੱਤੇ ਨਿਬੜਨਾ ਹੈ। ਇਸੇ ਤਰ੍ਹਾਂ ਜੇ ਕੋਈ ਬੰਦਾ ਹਰ ਵਕਤ ਨੈਗੇਟਿਵ ਸੋਚਦਾ ਹੈ, ਵਿਸ਼ੇ ਵਿਕਾਰਾਂ ਬਾਰੇ ਸੋਚਦਾ ਹੈ, ਨੈਗੇਟਿਵ ਸੋਚਦਾ ਹੈ, ਤੇ ਉਹ ਬੰਦਾ ਫਿਰ ਨੈਗੇਟਿਵ ਹੋ ਜਾਏਗਾ। ਉਹਦੀ ਜ਼ਿੰਦਗੀ ਅੰਦਰ ਪਰੇਸ਼ਾਨੀਆਂ ਆਉਣਗੀਆਂ, ਉਹ ਕਦੇ ਪੋਜ਼ਿਟਿਵ ਹੋ ਹੀ ਨਹੀਂ ਸਕਦਾ, ਚੜ੍ਹਦੀ ਕਲਾ ਨੂੰ ਮਾਣ ਹੀ ਨਹੀਂ ਸਕੇਗਾ ਨਾ। ਕਰਮਾਂ ਦੇ ਉੱਤੇ ਜੋ ਜੈਸਾ ਕਰਮ ਕਰ ਰਹੇ ਹਾਂ, ਜੈਸਾ ਸੋਚ ਰਹੇ ਹਾਂ, ਜੈਸਾ ਬੋਲ ਰਹੇ ਹਾਂ, ਉਹਦੇ ਮੁਤਾਬਕ ਨਿਆਂ ਮਿਲਣਾ ਹੈ ਹਰ ਇਨਸਾਨ ਨੂੰ। ਜਿਵੇਂ ਅਸੀਂ ਪੰਜਾਬੀ ਵਿੱਚ ਕਹਿੰਦੇ ਨਾ, ਜਿੰਨਾ ਗੁੜ ਪਾਓਗੇ ਓਨਾ ਮਿੱਠਾ ਹੋਵੇਗਾ। ਜਿਸ ਫੀਲਡ ਦੇ ਅੰਦਰ ਜੈਸਾ ਕੋਈ ਕਰਮ ਕਰੇਗਾ, ਜਿੰਨੀ ਕੋਈ ਰਿਕੁਆਇਰਮੈਂਟ ਪੂਰੀ ਕਰੇਗਾ, ਉਸ ਰਿਕੁਆਇਰਮੈਂਟ ਮੁਤਾਬਕ ਨਿਆਂ ਹੋਣਾ ਹੈ, ਉਨੀ ਚੀਜ਼ ਉਹਨੂੰ ਮਿਲ ਜਾਏਗੀ, ਔਰ ਜ਼ਰੂਰ ਮਿਲੇਗੀ। ਜਦੋਂ ਅਸੀਂ ਚੰਗਾ ਸੋਚਦੇ ਹਾਂ ਸਾਨੂੰ ਚੰਗਾ ਫੀਲ ਹੁੰਦਾ ਹੈ, ਜਦੋਂ ਅਸੀਂ ਨੈਗੇਟਿਵ ਸੋਚਦੇ ਹਾਂ ਮਾੜਾ ਫੀਲ ਹੁੰਦਾ। ਉਹ ਘਰ ਦੇ ਜੀ ਹੁੰਦੇ ਨੇ, ਜਦੋਂ ਇੱਕ ਦੂਜੇ ਨਾਲ ਨਿਮਰਤਾ ਨਾਲ, ਪਿਆਰ ਨਾਲ ਬੋਲ ਰਹੇ ਨੇ, ਉਦੋਂ ਘਰ ਦੇ ਅੰਦਰ ਖੁਸ਼ੀ ਹੁੰਦੀ ਹੈ। ਤੇ ਉਹੀ ਦੋ ਜੀ ਹੁੰਦੇ ਨੇ, ਜਦੋਂ ਉਹਨਾਂ ਨੂੰ ਗੁੱਸਾ ਚੜਿਆ ਹੁੰਦਾ ਹੈ ਤੇ ਉਹ ਇੱਕ ਦੂਜੇ ਦੇ ਨਾਲ ਅਵਾ ਤਵਾ ਬੋਲ ਰਹੇ ਨੇ। ਰਿਜ਼ਲਟ ਹੈ ਨਾ ਕਿ ਕਦੋਂ ਕੀ ਕਰ ਰਹੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਹੋਰ ਜੋ ਕੁਝ ਵੀ ਕੋਈ ਆਖੇ, ਪਿਆ ਆਖੇ, ਅਸਲ ਗੱਲ ਇਹ ਹੈ ਕਿ ਹਰ ਇੱਕ ਦੇ ਆਪਣੇ ਕੀਤੇ ਕਰਮਾਂ ਅਨੁਸਾਰ ਨਿਬੇੜਾ ਹੁੰਦਾ ਹੈ। ਦੱਦੇ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਇਸ ਲਈ ਜਦੋਂ ਅਸੀਂ ਆਪਣੇ ਹੀ ਕੀਤੇ ਦਾ ਫਲ ਭੁਗਤਣਾ ਹੈ ਐਸੇ ਜ਼ਿੰਦਗੀ ਵਿੱਚ, ਤਾਂ ਸਾਨੂੰ ਚੰਗਾ ਬੋਲਣਾ ਚਾਹੀਦਾ ਹੈ, ਚੰਗਾ ਸੋਚਣਾ ਚਾਹੀਦਾ ਹੈ, ਔਰ ਚੰਗਾ ਕਰਨਾ ਚਾਹੀਦਾ ਹੈ। ਪੌੜੀ ਗੁਰਮੁਖ ਚਲਤ ਰਚਾਇਓਨ ਗੁਣ ਪ੍ਰਗਟੀ ਆਇਆ। ਗੁਰਮੁਖ ਦਾ ਮਤਲਬ ਉਹ ਮਨੁੱਖ ਜਿਸ ਦਾ ਮੂੰਹ ਗੁਰੂ ਵੱਲ ਹੈ, ਯਾਨੀ ਜੋ ਗੁਰੂ ਦੇ ਸਨਮੁਖ ਹੈ, ਯਾਨੀ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ। ਤਮਾਸ਼ਾ ਦਾ ਮਤਲਬ ਖੇਡ ਕੌਤਕ, ਪ੍ਰਗਟੀ ਆਇਆ ਦਾ ਮਤਲਬ ਪ੍ਰਗਟਾਏ ਨੇ। ਪ੍ਰਭੂ ਦੀ ਜਗਤ ਰਚਨਾ, ਕੋਈ ਮਨੁੱਖ ਗੁਰੂ ਦੇ ਸਨਮੁਖ ਹੈ, ਇਹ ਕੌਤਕ ਵੀ ਉਸ ਪ੍ਰਭੂ ਨੇ ਹੀ ਰਚਾਇਆ ਹੈ। ਭਾਵ ਗੁਰਮੁਖ ਮਨੁੱਖ ਵਿੱਚ ਪ੍ਰਭੂ ਨੇ ਆਪਣੇ ਗੁਣ ਪ੍ਰਗਟ ਕੀਤੇ ਨੇ। ਜੋ ਗੁਰਮੁਖ ਚਲਤ ਉਪਾਇਓਨ ਗੁਣ ਪ੍ਰਗਟੀ ਆਇਆ ਦਾ ਮਤਲਬ ਕਿ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੈ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿੰਦਾ ਹੈ,
ਇਹ ਕੌਤਕ ਵੀ ਰੱਬ ਦਾ ਹੀ ਹੈ, ਮਤਲਬ ਇਹ ਸਿਸਟਮ ਵੀ ਰੱਬ ਦਾ ਹੈ। ਗੁਣ ਪ੍ਰਗਟੀ ਆਇਆ ਕਿ ਉਹਦੇ ਅੰਦਰ ਰੱਬ ਦੇ ਗੁਣ ਪ੍ਰਗਟ ਹੋ ਜਾਂਦੇ ਨੇ। ਇਹ ਰੱਬ ਦਾ ਸਿਸਟਮ ਹੈ ਕਿ ਜਿਹੜਾ ਮਨੁੱਖ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦਾ ਹੈ, ਗੁਰੂ ਦੱਸੇ ਰਾਹਾਂ ਤੇ ਚੱਲਦਾ ਹੈ, ਉਸ ਮਨੁੱਖ ਦੇ ਅੰਦਰ ਰੱਬੀ ਗੁਣ ਪ੍ਰਗਟ ਹੋ ਜਾਂਦੇ ਨੇ। ਇਤਿਹਾਸ ਦੇਖ ਲਓ, ਭਾਈ ਲਹਿਣਾ ਜੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦੇ ਨੇ, ਔਰ ਭਾਈ ਲਹਿਣਾ ਜੀ ਗੁਰੂ ਨਾਨਕ ਦੇ ਮੁਤਾਬਕ ਜ਼ਿੰਦਗੀ ਜੀਂਦੇ ਨੇ, ਤਾਂ ਉਹਨਾਂ ਦੇ ਅੰਦਰ ਰੱਬੀ ਗੁਣ ਪ੍ਰਗਟ ਹੋ ਜਾਂਦੇ ਨੇ, ਉਹ ਗੁਰੂ ਅੰਗਦ ਦੇਵ ਹੋ ਜਾਂਦੇ ਨੇ। ਗੁਰਬਾਣੀ ਸਦ ਉਚਰੈ ਹਰ ਮਨ ਵਸਾਇਆ, ਜਿਨ੍ਹਾਂ ਦੀ ਬਰਕਤ ਨਾਲ ਗੁਰਮੁਖ ਸਦਾ ਗੁਰੂ ਦੀ ਬਾਣੀ ਉਚਾਰਦਾ ਹੈ ਤੇ ਰੱਬ ਨੂੰ ਆਪਣੇ ਮਨ ਦੇ ਅੰਦਰ ਵਸਾਈ ਰੱਖਦਾ ਹੈ। ਗੁਰਬਾਣੀ ਸਦ ਉਚਰੈ ਦਾ ਮਤਲਬ ਸਿਫਤ ਸਲਾਹ ਦੀ ਬਾਣੀ ਬੋਲਦਾ ਹੈ, ਰੱਬ ਦੇ ਗੁਣ ਜ਼ਬਾਨ ਦੇ ਨਾਲ ਬੋਲਦਾ ਹੈ ਤੇ ਆਪਣੇ ਮਨ ਦੇ ਅੰਦਰ ਵੀ ਉਹਨੇ ਰੱਬੀ ਗੁਣਾਂ ਨੂੰ ਵਸਾਇਆ ਹੁੰਦਾ ਹੈ। ਇਹ ਗੁਰਮੁਖ ਪਿਆਰੇ ਦੇ ਲੱਛਣ ਨੇ। ਜ਼ਬਾਨ ਤੋਂ ਹੀ ਉਹ ਰੱਬੀ ਸਿਫਤ ਸਲਾਹ ਕਰ ਰਿਹਾ ਹੈ, ਔਰ ਮੈਂਟੈਲਿਟੀ ਮਾਨਸਿਕਤਾ ਦੇ ਵਿੱਚ ਵੀ ਉਹਨੇ ਰੱਬੀ ਗੁਣਾਂ ਨੂੰ ਵਸਾਇਆ ਹੋਇਆ ਹੈ। ਸਕਤ ਗਈ ਪ੍ਰਮ ਕੱਟਿਆ ਸ਼ਿਵ ਜੋਤ ਜਗਾਇਆ। ਸਕਤ ਦਾ ਮਤਲਬ ਮਾਇਆ, ਮਾਇਆ ਦਾ ਪ੍ਰਭਾਵ। ਪ੍ਰਮ ਦਾ ਮਤਲਬ ਭਟਕਣਾ। ਸ਼ਿਵ ਜੋਤ ਦਾ ਮਤਲਬ ਰੱਬੀ ਜੋਤ। ਜਿਹੜਾ ਇਨਸਾਨ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦਾ ਹੈ, ਭਾਵ ਗੁਰਮਤਿ ਅਨੁਸਾਰ ਜ਼ਿੰਦਗੀ ਜੀਂਦਾ ਹੈ, ਰੱਬੀ ਗੁਣਾਂ ਨੂੰ ਮਨ ਵਿੱਚ ਵਸਾਉਂਦਾ ਹੈ, ਰੱਬੀ ਗੁਣਾਂ ਵਾਲੇ ਬੋਲ ਬੋਲਦਾ ਹੈ, ਉਹਦੇ ਅੰਦਰ ਰੱਬੀ ਜੋਤ ਜਗ ਪੈਂਦੀ ਹੈ। ਜੋਤ ਦਾ ਮਤਲਬ ਇਹ ਨਹੀਂ ਕਿ ਦੀਵੇ ਵਰਗੀ ਜੋਤ, ਉਹਦੇ ਅੰਦਰ ਰੱਬੀ ਸੋਚ ਪ੍ਰਗਟ ਹੋ ਜਾਂਦੀ ਹੈ। ਉਹਦੇ ਅੰਦਰੋਂ ਮਾਇਆ ਦਾ ਹਨੇਰਾ ਦੂਰ ਹੋ ਜਾਂਦਾ ਹੈ, ਉਹਦੀ ਭਟਕਣਾ ਮੁੱਕ ਜਾਂਦੀ ਹੈ, ਭਾਵ ਜ਼ਿੰਦਗੀ ਦੇ ਰਾਹ ਤੇ ਉਹ ਮਾਇਆ ਦੇ ਹਨੇਰੇ ਵਿੱਚ ਫਿਰ ਠੇਡੇ ਨਹੀਂ ਕਦੇ ਖਾਂਦਾ, ਉਹ ਜੀਵਨ ਦੇ ਸਹੀ ਰਾਹਾਂ ਤੇ ਤੁਰਦਾ ਹੈ। ਉਹਦੀ ਜ਼ਿੰਦਗੀ ਚੋਂ ਅਗਿਆਨਤਾ ਮੁੱਕ ਜਾਂਦੀ ਹੈ, ਉਹਦੇ ਭਰਮ ਕੱਟੇ ਜਾਂਦੇ ਨੇ, ਉਹਨੂੰ ਭੁਲੇਖਾ ਨਹੀਂ ਰਹਿ ਜਾਂਦਾ ਕਿ ਰੱਬ ਵੱਖਰਾ ਹੈ ਤੇ ਜਗਤ ਵੱਖਰਾ ਹੈ। ਉਹ ਕਦੇ ਵੀ ਫਿਰ ਮਾਇਆ ਦੇ ਹਨੇਰੇ ਵਿੱਚ ਠੇਡੇ ਨਹੀਂ ਖਾਂਦਾ। ਜਿਨ ਕੈ ਪੋਤੈ ਪੁੰਨ ਹੈ ਗੁਰਪੁਰਖ ਮਿਲਾਇਆ। ਪੋਤੇ ਦਾ ਮਤਲਬ ਖਜ਼ਾਨੇ ਵਿੱਚ, ਸੋਚ ਵਿੱਚ। ਗੁਰਪੁਰਖ ਦਾ ਮਤਲਬ ਸਤਿਗੁਰੂ, ਪੁਰਖ ਗੁਰੂ। ਜਿਨ ਕੈ ਪੋਤੇ ਦਾ ਮਤਲਬ ਜਿਨ੍ਹਾਂ ਦੇ ਖਜ਼ਾਨੇ ਵਿੱਚ, ਜਿਨ੍ਹਾਂ ਦੇ ਭਾਗਾਂ ਵਿੱਚ, ਮਤਲਬ ਜਿਨ੍ਹਾਂ ਦੇ ਮਸਤਕ ਵਿੱਚ ਸੰਸਕਾਰ ਨੇ, ਭਲਾਈ ਨੇਕੀ ਕਮਾਈ ਹੈ। ਤਾਂ ਜਿਨ੍ਹਾਂ ਦੇ ਭਾਗਾਂ ਵਿੱਚ, ਭਾਵ ਜਿਨ੍ਹਾਂ ਦੇ ਮਨ ਮਸਤਕ ਵਿੱਚ ਐਸੇ ਸੰਸਕਾਰ ਨੇ, ਨੇਕ ਕਮਾਈ ਹੈ ਸ਼ੁਭ ਗੁਣਾਂ ਦੀ, ਉਹਨਾਂ ਨੂੰ ਗੁਰੂ ਮਿਲ ਪੈਂਦਾ ਹੈ। ਜਿਨ੍ਹਾਂ ਦੇ ਅੰਦਰ ਸੰਸਕਾਰ ਨੇ, ਸ਼ੁਭ ਸੰਸਕਾਰ ਨੇ, ਗੁਰੂ ਦੇ ਮਿਲਾਪ ਦੇ ਸੰਸਕਾਰ ਨੇ, ਉਹਨਾਂ ਨੂੰ ਗੁਰੂ ਮਿਲ ਪੈਂਦਾ ਹੈ। ਭਾਵ ਕਿ ਉਹ ਵੱਡੇ ਭਾਗਾਂ ਵਾਲੇ ਨੇ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦੇ ਨੇ, ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ। ਨਾਨਕ ਸਹਿਜੇ ਮਿਲ ਰਹੇ ਹਰ ਨਾਮ ਸਮਾਇਆ। ਸਹਿਜੇ ਦਾ ਮਤਲਬ ਆਤਮਿਕ ਅਡੋਲਤਾ ਵਿੱਚ, ਮਿਲ ਰਹੇ ਦਾ ਮਤਲਬ ਟਿਕੇ ਰਹਿੰਦੇ ਨੇ। ਨਾਮ ਦਾ ਮਤਲਬ ਨਾਮ ਵਿੱਚ, ਹਰ ਨਾਮ ਸਮਾਇਆ ਦਾ ਮਤਲਬ ਨਾਮ ਵਿੱਚ, ਰੱਬ ਦੇ ਹੁਕਮ ਵਿੱਚ ਹੀ ਉਹ ਸਮਾ ਜਾਂਦੇ ਨੇ। ਉਹ ਆਤਮਿਕ ਅਡੋਲਤਾ ਵਿੱਚ ਟਿਕ ਕੇ, ਆਤਮਿਕ ਅਡੋਲਤਾ ਦਾ ਮਤਲਬ ਮਨ, ਬਚਨ ਤੇ ਕਰਮ ਦੀ ਇਕਸਾਰਤਾ। ਉਹਨਾਂ ਦੀ ਮਾਨਸਿਕਤਾ ਵਿੱਚ ਵੀ ਸੱਚ, ਉਹਨਾਂ ਦੇ ਬੋਲਾਂ ਵਿੱਚ ਵੀ ਸੱਚ, ਔਰ ਉਹਨਾਂ ਦੇ ਕਰਮਾਂ ਦੇ ਵਿੱਚ ਵੀ, ਬਿਹੇਵੀਅਰ ਵਿੱਚ ਵੀ ਸੱਚ। ਉਹਨੂੰ ਕਹਿੰਦੇ ਨੇ ਆਤਮਿਕ ਅਡੋਲਤਾ। ਤਾਂ ਗੁਰੂ ਜੀ ਕਹਿੰਦੇ ਨੇ ਆਤਮਿਕ ਅਡੋਲਤਾ ਵਿੱਚ ਟਿਕ ਕੇ ਉਹ ਰੱਬ ਦੇ ਵਿੱਚ ਹੀ ਮਿਲੇ ਰਹਿੰਦੇ ਨੇ। ਮਿਲ ਰਹੇ ਦਾ ਮਤਲਬ ਰੱਬ ਵਿੱਚ ਹੀ ਮਿਲੇ ਰਹਿੰਦੇ ਨੇ, ਰੱਬ ਵਰਗੇ ਹੀ ਹੋਏ ਰਹਿੰਦੇ ਨੇ। ਹਰ ਨਾਮ ਸਮਾਇਆ ਦਾ ਮਤਲਬ ਰੱਬ ਦੇ ਹੁਕਮ ਵਿੱਚ ਸਮਾਏ ਰਹਿੰਦੇ ਨੇ। ਉਹ ਇਨਸਾਨ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ, ਉਹ ਇਨਸਾਨ ਗੁਰੂ ਦੀ ਮੱਤ ਰਾਹੀਂ, ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਰੱਬ ਵਰਗੇ ਹੀ ਹੋ ਜਾਂਦੇ ਨੇ, ਔਰ ਹਮੇਸ਼ਾ ਹਮੇਸ਼ਾ ਰੱਬ ਦੇ ਅੰਦਰ ਸਮਾਏ ਰਹਿੰਦੇ ਨੇ। ਰੱਬੀ ਹੁਕਮ ਦੇ ਅੰਦਰ ਉਹ ਹਮੇਸ਼ਾ ਲਈ ਲੀਨ ਰਹਿੰਦੇ ਨੇ।